ਸਭ ਤੋਂ ਪਹਿਲਾਂ ਸਾਰੇ ਵੀਰਾਂ ਭੈਣਾਂ ਦਾ ਸਵਾਗਤ ਹੈ ਜੋ ਵੀ ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਨੇਗੇ ਅਤੇ ਉਮੀਦ ਕਰਦੇ ਹਾਂ ਸਾਡੀ ਜਿਹੜੀਆਂ ਕਲਾਸਿਸ ਨੇ ਤੁਹਾਡੇ ਲਈ ਲਾਭਦਾਇਕ ਸਿੱਧ ਹੋਣਗੀਆਂ। ਜਿਵੇਂ ਤੁਸੀਂ ਪਿਆਰ ਦੇ ਰਹੇ ਹੋ ਅਤੇ ਜੋ ਵੀ ਵੀਡੀਓ ਨੂੰ ਦੇਖਦਾ ਹੈ ਉਹਦਾ ਵੀਡੀਓ ਦੇ ਵਿੱਚ ਵੈਲਕਮ ਹੈ। ਅਤੇ ਇੱਕ ਛੋਟੀ ਜਿਹੀ ਰਿਕੁਐਸਟ ਦੇ ਨਾਲ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਹਰ ਰੋਜ਼ ਕਿ ਜੇਕਰ ਤੁਸੀਂ ਵੀਡੀਓ ਨੂੰ ਸਿਰਫ 2 ਜਾਂ 3 ਮਿੰਟ ਦੇਖਣਾ ਹੈ ਪਲੀਜ਼ ਚੈਨਲ ਤੋਂ ਦੂਰ ਰਹੋ। ਜੇਕਰ ਤੁਸੀਂ ਇਸ ਵੀਡੀਓ ਦੇ ਰਾਹੀਂ ਕੁਝ ਸਿੱਖਣਾ ਹੈ ਤਾਂ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਤੁਹਾਡੀ ਮਜਬੂਰੀ ਜਾਂ ਜ਼ਰੂਰਤ ਹੈ। ਜੇਕਰ ਤੁਸੀਂ ਇੱਥੋਂ ਕੁਝ ਸਿੱਖਣਾ ਹੈ ਤਾਂ ਚਲੋ ਸ਼ੁਰੂਆਤ ਕਰਦੇ ਹਾਂ। ਅੱਜ ਦੀ ਜਿਹੜੀ ਸਾਡੀ ਵੀਡੀਓ ਕਾਫੀ ਲਾਭਦਾਇਕ ਹੋਣ ਵਾਲੀ ਹੈ। ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ। ਕਾਫੀ ਮਹੱਤਵਪੂਰਨ ਚੀਜ਼ਾਂ ਤੁਹਾਨੂੰ ਇਸ ਦੇ ਵਿੱਚ ਜਿਹੜੀਆਂ ਅੱਜ ਜਾਣਨ ਨੂੰ ਮਿਲਣਗੀਆਂ, ਕੁਝ ਨਵੀਆਂ ਕੁਝ ਪੁਰਾਣੀਆਂ। ਤਾਂ ਚਲੋ ਇਸੇ ਚੀਜ਼ ਦੇ ਨਾਲ ਆਪਾਂ ਕਰਦੇ ਹਾਂ ਸ਼ੁਰੂਆਤ। ਅੱਜ ਦੀ ਸਾਡੀ ਜਿਹੜੀ ਹਿਸਟਰੀ ਦੀ ਲਗਭਗ 25 ਦਿਨ ਹੋ ਗਏ ਆਪਾਂ ਨੂੰ ਹਿਸਟਰੀ ਪੜ੍ਹਦਿਆਂ ਨੂੰ ਅਤੇ ਕਾਫੀ ਜਿਹੜਾ ਤੁਹਾਡਾ ਸਾਥ ਹੈ ਉਹ ਮਿਲ ਰਿਹਾ ਹੈ। ਅਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ। ਤਾਂ ਇਹ ਕਹਿਣਾ ਲਗਭਗ ਇਹ ਪਹਿਲੀ ਕਲਾਸ ਹੈ ਜਿਹਦੇ ਵਿੱਚ ਮੈਂ ਆਪਦੇ ਨੋਟਸ ਕੀ ਹੈ ਜੋ ਸ਼ੇਅਰ ਕਰ ਰਹੇ ਹਾਂ ਜਾਂ ਹਿਸਟਰੀ ਦੇ ਵਿੱਚ। ਤਾਂ ਆਪਾਂ ਸਭ ਤੋਂ ਪਹਿਲਾਂ ਅਫਗਾਨਾਂ ਦੇ ਨਾਲ ਰਣਜੀਤ ਸਿੰਘ ਦੇ ਜਿਹੜੇ ਸੰਬੰਧ ਸੀਗੇ ਉਹਨਾਂ ਦੇ ਉੱਪਰ ਚਰਚਾ ਕਰ ਰਹੇ ਸੀ। ਹੁਣ ਥੋੜ੍ਹੀ ਜਿਹੀ ਹੋਰ ਆਪਾਂ ਅੱਜ ਇਸ ਤੋਂ ਥੋੜ੍ਹੀ ਜਿਹੀ ਬੇਸਿਕ ਸ਼ੁਰੂ ਤੋਂ ਕਰਨ ਦੀ ਕੋਸ਼ਿਸ਼ ਕਰਾਂਗੇ। ਅਫਗਾਨਾਂ ਦੀ ਜੇਕਰ ਗੱਲ ਕਰੀਏ ਉਸ ਸਮੇਂ ਅਫਗਾਨ ਦੇ ਵਿੱਚ ਜਿਹੜਾ ਸ਼ਾਸਕ ਸੀਗਾ ਸ਼ਾਹ ਜਮਾਨ ਚੱਲ ਰਿਹਾ ਸੀਗਾ। ਜੇਕਰ ਇਸ ਦੇ ਪਿਤਾ ਦੀ ਗੱਲ ਕਰੀਏ ਤਾਂ ਤੈਮੂਰ ਸ਼ਾਹ ਸੀਗਾ ਅਤੇ ਅਬਦਾਲੀ ਇਹਦਾ ਦਾਦਾ ਸੀਗਾ। ਲਗਭਗ ਜੇਕਰ ਸ਼ਾਹ ਜਮਾਨ ਦੀ ਆਪਾਂ ਗੱਲ ਕਰਦੇ ਹਾਂ ਤਾਂ 1793 ਦੇ ਵਿੱਚ ਇਹ ਗੱਦੀ 'ਤੇ ਬੈਠਿਆ ਸੀਗਾ। ਲਗਭਗ 1798 ਦੇ ਵਿੱਚ ਇਸਨੇ ਲਾਹੌਰ 'ਤੇ ਸੀਗਾ ਕਬਜ਼ਾ ਕਰ ਲਿਆ ਸੀਗਾ। ਫਿਰ ਉਸ ਤੋਂ ਬਾਅਦ ਅਫਗਾਨਿਸਤਾਨ ਦੇ ਵਿੱਚ ਸ਼ਾਹ ਮਹਿਮੂਦ ਦਾ ਜਿਹੜਾ ਸੀਗਾ ਵਿਦਰੋਹ ਸ਼ੁਰੂ ਹੋਇਆ ਸੀਗਾ ਸ਼ਾਹ ਜਮਾਨ ਦੇ ਸਮੇਂ। ਕਾਫੀ ਗੜਬੜੀ, ਉਸੇ ਗੜਬੜੀ ਦਾ ਫਾਇਦਾ ਉਠਾ ਕੇ ਰਣਜੀਤ ਸਿੰਘ ਨੇ ਕੀ ਸੀਗਾ 1799 ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਜਿੱਤ ਆਪਾਂ ਕਹਿੰਦੇ ਹਾਂ ਲਾਹੌਰ ਦੀ, ਉਹ ਜਿਹੜੀ ਸੀਗੀ ਇਹਨਾਂ ਨੇ ਕੀਤੀ ਸੀਗੀ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਜਿਹੜਾ ਸੀਗਾ ਸ਼ਾਹ ਜਮਾਨ ਦੇ ਨਾਲ ਥੋੜ੍ਹੀ ਜਿਹੀ ਮਿੱਤਰਤਾ ਵਧਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀਗੀ। ਜਿਹੜੀਆਂ ਤੋਪਾਂ ਵਾਪਸ ਕੀਤੀਆਂ ਸੀਗੀਆਂ ਇਹ ਤੋਪਾਂ ਕਿੱਥੋਂ ਕੱਢੀਆਂ ਗਈਆਂ ਸੀਗੀਆਂ? ਜੇਹਲਮ ਦਰਿਆ ਦੇ ਵਿੱਚੋਂ। ਜੇਹਲਮ ਦਰਿਆ ਦੇ ਵਿੱਚੋਂ ਇਹ 14-15 ਤੋਪਾਂ ਕੱਢ ਕੇ। ਉਸ ਤੋਂ ਬਾਅਦ ਜੇਕਰ ਸ਼ਾਹ ਜਮਾਨ ਤੋਂ ਬਾਅਦ ਆਪਾਂ ਦੇਖੀਏ ਅਫਗਾਨ ਦਾ ਜਿਹੜਾ ਸ਼ਾਸਕ ਬਣਿਆ ਸੀਗਾ ਇਹਦੇ ਬਾਰੇ ਜਿਹੜਾ ਡੀਪਲੀ ਡਿਸਕਸ ਹੈ ਆਪਾਂ ਪਿਛਲੀ ਵੀਡੀਓ ਦੇ ਵਿੱਚ ਕਾਫੀ ਮਹੱਤਵਪੂਰਨ ਤਰੀਕੇ ਨਾਲ ਡਿਸਕਸ ਕੀਤਾ ਸੀਗਾ। ਤਾਂ ਕੁਝ ਮਹੱਤਵਪੂਰਨ ਬਿੰਦੂ ਜਿਹੜੇ ਇਹ ਆਪਾਂ ਨੂੰ ਜਾਣ ਲੈਣੇ ਚਾਹੀਦੇ ਆ ਕਿ ਅਫਗਾਨਾਂ ਅਤੇ ਰਣਜੀਤ ਸਿੰਘ ਦੇ ਬਾਰੇ ਸਾਡੇ ਪੇਪਰ ਦੇ ਨਾਲ ਸੰਬੰਧਿਤ ਜਿਹੜੇ ਮਹੱਤਵਪੂਰਨ ਹੋ ਸਕਦੇ ਆ। ਤਾਂ ਹੁਣ ਇਸ ਦੇ ਵਿੱਚ ਜਿਹੜੀ ਅਗਲੀ ਗੱਲ ਆਉਂਦੀ ਹੈ ਤਾਂ ਉਹ ਸੀਗੀ ਕਿ ਸ਼ਾਹ ਮਹਿਮੂਦ ਲਗਭਗ ਅਫਗਾਨਾਂ ਦਾ ਸ਼ਾਸਕ ਬਣ ਗਿਆ ਸੀਗਾ 1800 ਦੇ ਵਿੱਚ। ਉਸ ਤੋਂ ਬਾਅਦ ਸ਼ਾਹ ਮਹਿਮੂਦ ਤੋਂ ਬਾਅਦ ਜੇਕਰ ਆਪਾਂ ਦੇਖੀਏ ਸ਼ਾਹ ਸ਼ੁਜਾ ਸੀਗਾ ਜਿਹੜਾ ਸ਼ਾਸਕ ਬਣਿਆ ਸੀਗਾ। ਲਗਭਗ ਉਸ ਤੋਂ ਬਾਅਦ 1809 ਦੇ ਵਿੱਚ ਬਕਰ ਜਾਈ ਮਹਿਮੂਦ ਬਕਰ ਜਾਈ ਕੀ ਹੈ ਅਫਗਾਨ ਦਾ ਸ਼ਾਸਕ ਬਣਿਆ, ਜਿਸ ਦਾ ਵਜ਼ੀਰ ਲਗਭਗ ਆਪਾਂ ਦੇਖਦੇ ਹਾਂ ਫਤਿਹ ਖਾਂ ਜਿਹੜਾ ਕਾਫੀ ਮਹੱਤਵਪੂਰਨ ਹੈ, ਜਿਸ ਨੂੰ ਅਟਕ ਦੀ ਜਿੱਤ ਦੇ ਵਿੱਚ ਅਟਕ ਦੀ ਲੜਾਈ ਦੇ ਵਿੱਚ ਜਾਂ ਹੈਦਰੋਂ ਦੀ ਲੜਾਈ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੁਆਰਾ ਹਰਾਇਆ ਗਿਆ ਸੀਗਾ। ਲਗਭਗ ਸਤੰਬਰ 1810 ਦੇ ਵਿੱਚ ਅਟਕ ਦੇ ਜਹਾਂਦਾਦ ਖਾਨ ਨੇ ਸ਼ਾਹ ਸ਼ੁਜਾ ਨੂੰ ਕੀ ਸੀਗਾ ਕੈਦ ਕਰ ਲਿਆ ਸੀਗਾ। ਅਤੇ ਇਹ ਵੀ ਕਾਫੀ ਮਹੱਤਵਪੂਰਨ ਜਿਹੜਾ ਹੋ ਜਾਂਦਾ ਹੈ ਵੀ ਸ਼ਾਹ ਸ਼ੁਜਾ ਨੂੰ ਕੈਦ ਕਰਨ ਵਾਲਾ ਸ਼ਾਸਕ ਕੌਣ ਸੀਗਾ? ਤਾਂ ਅਟਕ ਦਾ ਕੀ ਸੀਗਾ ਜਹਾਂਦਾਦ ਖਾਨ ਸੀਗਾ ਜਿਸ ਨੇ ਸ਼ਾਹ ਸ਼ੁਜਾ ਨੂੰ ਕੈਦ ਕਰ ਲਿਆ ਸੀਗਾ। ਅਤੇ ਉਸ ਤੋਂ ਬਾਅਦ ਦੇਖਦੇ ਆਪਾਂ ਅਫਗਾਨ ਸ਼ਾਸਕ ਲਗਭਗ ਸ਼ਾਹ ਮਹਿਮੂਦ ਉਸ ਸਮੇਂ ਚੱਲ ਰਿਹਾ ਸੀਗਾ ਅਤੇ ਜਿਸ ਦਾ ਵਜ਼ੀਰ ਫਤਿਹ ਖਾਨ ਸੀਗਾ ਆਪਾਂ ਨੇ ਦੇਖ ਲਿਆ। ਉਸ ਤੋਂ ਬਾਅਦ ਰਣਜੀਤ ਸਿੰਘ ਅਤੇ ਸ਼ਾਹ ਸ਼ੁਜਾ ਦੀ ਜਿਹੜੀ ਮੁਲਾਕਾਤ ਹੈ ਉਹ ਖਸਬਾ ਜਾਂ ਸਾਹੀਵਾਲ ਦੇ ਵਿਖੇ ਲਗਭਗ 1800 ਈਸਵੀ ਦੇ ਵਿੱਚ ਹੋਈ ਸੀਗੀ। ਉਸ ਤੋਂ ਬਾਅਦ ਫਤਿਹ ਖਾਂ ਨੇ 1813 ਦੇ ਵਿੱਚ ਜੇਕਰ ਆਪਾਂ ਫਤਿਹ ਖਾਂ ਦੀ ਗੱਲ ਕਰੀਏ ਜਿਹੜਾ ਸ਼ਾਹ ਮਹਿਮੂਦ ਦਾ ਵਜ਼ੀਰ ਸੀਗਾ ਜਾਂ ਮੰਤਰੀ ਸੀਗਾ, ਉਸ ਲਗਭਗ 1813 ਦੇ ਵਿੱਚ ਰਣਜੀਤ ਸਿੰਘ ਨੂੰ ਜਿਹੜਾ ਹੈ ਮਿਲਦਾ ਅਤੇ ਦੋਹਾਂ ਦੇ ਵਿਚਕਾਰ ਅਟਕ ਅਤੇ ਕਸ਼ਮੀਰ ਨੂੰ ਲੈ ਕੇ ਇੱਕ ਸੰਧੀ ਹੋਈ ਸੀਗੀ। ਜੇਕਰ ਮੁਲਾਕਾਤ ਦੀ ਗੱਲ ਕਰੀਏ ਤਾਂ ਰੋਹਤਾਸ਼ ਦर्रे ਦੇ ਨੇੜੇ ਇਸ ਦੀ ਮੁਲਾਕਾਤ ਜਿਹੜੀ ਹੈ ਉਹ ਹੋਈ ਸੀਗੀ। ਉਸ ਤੋਂ ਬਾਅਦ ਜੇਕਰ ਆਪਾਂ ਦੇਖੀਏ ਮੁਹਕਮ ਚੰਦ ਅਤੇ ਫਤਿਹ ਖਾਂ ਦੀ ਅਗਵਾਈ ਦੇ ਨਾਲ ਜਿਹੜਾ ਸੀਗਾ ਅਤਾ ਮੁਹੰਮਦ ਖਾਂ ਜਿਹੜਾ ਸੀਗਾ ਕਸ਼ਮੀਰ ਦਾ ਉਸ ਸਮੇਂ ਸ਼ਾਸਕ ਸੀਗਾ ਅਤਾ ਮੁਹੰਮਦ ਖਾਂ, ਉਸ ਦੇ ਵਿਰੁੱਧ ਮੁਹਕਮ ਚੰਦ
ਦੀ ਅਗਵਾਈ ਹੇਠ ਸਿੱਖ ਸੈਨਾ ਸੀਗੀ ਅਤੇ ਫਤਿਹ ਖਾਂ ਆਪਾਂ ਦੇਖਦੇ ਹਾਂ ਕਾਬਲ ਤੋਂ ਸੀਗਾ। ਇਹਨਾਂ ਨੇ ਲਗਭਗ ਜਿਹੜੇ ਗੱਲ ਹੋਈ ਸੀਗੀ ਵੀ ਸ਼ਾਹ ਸੁਜਾ ਨੂੰ ਕੀ ਸੀਗਾ ਕੈਦ ਤੋਂ ਛੁਡਵਾਉਣ ਵਾਲਾ, ਕਈ ਵਾਰ ਪੁੱਛਿਆ ਜਾਂਦਾ ਵੀ ਸ਼ਾਹ ਸੁਜਾ ਨੂੰ ਕੈਦ ਤੋਂ ਕਿਸ ਨੇ ਛੁਡਵਾਇਆ ਸੀਗਾ। ਸ਼ਾਹ ਸੁਜਾ ਨੂੰ ਤਾਂ ਕਿਸ ਨੇ ਛੁਡਵਾਇਆ ਸੀਗਾ? ਮੁਹੱਕਮ ਚੰਦ, ਠੀਕ ਹੈ। ਅਤੇ ਇੱਥੋਂ ਹੀ ਲਗਭਗ ਆਪਾਂ ਦੇਖਦੇ ਹਾਂ ਕਿ ਰਣਜੀਤ ਸਿੰਘ ਨੂੰ ਕੀ ਹੈ ਜਿਹੜਾ ਮੁਹੱਕਮ ਚੰਦ ਦੀ ਅਗਵਾਈ ਹੈ ਨਾ, ਆਪਾਂ ਦੇਖਦੇ ਹਾਂ ਇੱਥੇ ਵੀ ਇੱਥੋਂ ਹੀ ਲਗਭਗ ਵਫਾ ਬੇਗਮ ਤੋਂ ਇਹ ਕੀ ਕਰਦੇ ਨੇ ਕਿ ਕੋਹਿਨੂਰ ਹੀਰਾ ਪ੍ਰਾਪਤ ਕਰਦੇ ਨੇ ਕਿ ਕੋਹਿਨੂਰ ਹੀਰਾ ਪ੍ਰਾਪਤ ਕਰਨ ਦੀ ਘਟਨਾ ਕੁਛ ਇਸ ਤਰ੍ਹਾਂ ਹੈ। ਜਿਹੜੀ ਵਫਾ ਬੇਗਮ ਹੈ ਉਹ ਕਹਿੰਦੀ ਹੈ ਕਿ ਵੀ ਜਿਹੜਾ ਸ਼ਾਹ ਸੁਜਾ ਉਸ ਨੂੰ ਕੈਦ ਕੀਤਾ ਹੋਇਆ ਅਤੇ ਤੁਸੀਂ ਕੀ ਹੈ ਜਹਾਂਦਾਦ ਖਾਂ ਅਤੇ ਅਟਕ 'ਤੇ ਇਹਨਾਂ ਨੇ ਲਗਭਗ ਹਮਲਾ ਕਰਕੇ ਆਪਾਂ ਨੂੰ ਪਤਾ ਜਹਾਂਦਾਦ ਖਾਂ ਦੇ ਅਧੀਨ ਜਿਹੜਾ ਸੀਗਾ ਕੈਰੀ ਕੀਤਾ ਹੋਇਆ ਸੀਗਾ ਸ਼ਾਹ ਸੁਜਾ ਨੂੰ। ਅਤੇ ਅੱਤਾ ਮੁਹੰਮਦ ਖਾਂ ਜਿਹੜਾ ਉਸ ਸਮੇਂ ਕਸ਼ਮੀਰ ਦਾ ਜਿਹੜਾ ਸੀਗਾ ਸ਼ਾਸਕ ਸੀਗਾ। ਉਸ ਤੋਂ ਬਾਅਦ ਅਟਕ ਦੀ ਹੈਦਰੋ ਦੀ ਲੜਾਈ ਦੇ ਵਿੱਚ ਫਤਿਹ ਖਾਂ ਦੇ ਵਿਰੁੱਧ ਜਿਹੜੀ ਜੰਗ ਹੋਈ ਸੀਗੀ, ਇਸ ਨੂੰ ਲਗਭਗ ਹੈਦਰੋ ਦੀ ਲੜਾਈ ਵੀ ਕਿਹਾ ਜਾਂਦਾ ਹੈ ਅਤੇ ਅਟਕ ਦੀ ਲੜਾਈ ਵੀ ਕਿਹਾ ਜਾਂਦਾ ਹੈ ਨਾ। ਹੈਦਰੋ ਦੀ ਲੜਾਈ ਵੀ ਇਸ ਨੂੰ ਕਿਹਾ ਜਾਂਦਾ ਹੈ ਅਤੇ ਇੱਕ ਹੋਰ ਇਸ ਨੂੰ ਛੱਛ ਦੀ ਲੜਾਈ ਵੀ ਕਿਹਾ ਜਾਂਦਾ ਹੈ। ਛੱਛ ਦੀ ਲੜਾਈ ਵੀ ਇਸ ਨੂੰ ਕਿਹਾ ਜਾਂਦਾ ਹੈ। ਇਹ ਵੀ ਕਾਫੀ ਮਹੱਤਵਪੂਰਨ ਹੋ ਜਾਂਦਾ ਹੈ ਕਿਉਂਕਿ ਇਹ ਜਿਹੜੀ ਲੜਾਈ ਸੀਗੀ ਕਾਫੀ ਮਹੱਤਵਪੂਰਨ ਹੈ। ਇਸ ਦੇ ਬਾਰੇ ਆਪਾਂ ਡੀਪਲੀ ਪੜ੍ਹਾਂਗੇ ਜਾਂ ਫਿਰ ਦੇਖ ਸਕਦੇ ਹਾਂ ਆਪਾਂ ਕਿ ਉਸ ਸਮੇਂ ਮੁਹੰਮਦ ਆਜ਼ਮ ਖਾਂ ਜਿਹੜਾ ਫਤਿਹ ਖਾਂ ਦਾ ਭਰਾ ਸੀਗਾ ਹੈ ਨਾ, ਉਹਨੂੰ ਕਸ਼ਮੀਰ ਦਾ ਕੀ ਸੀਗਾ ਸ਼ਾਸਕ ਬਣਾ ਕੇ ਅਟਕ ਦੇ ਉੱਪਰ ਇਹਨੇ ਲਗਭਗ ਕੀ ਕੀਤਾ ਸੀਗਾ ਹਮਲਾ ਕੀਤਾ ਸੀਗਾ। ਜੇਕਰ ਆਪਾਂ ਅਟਕ ਦੀ ਗੱਲ ਕਰੀਏ, ਅਟਕ 'ਤੇ ਜਿਹੜਾ ਹਮਲਾ ਹੋਇਆ ਸੀਗਾ ਉਹਦੇ ਵਿੱਚ ਸੀਗਾ ਇਹਨਾਂ ਨੇ ਵੀ ਜਦੋਂ ਇਹ ਫਤਿਹ ਖਾਂ ਜਦੋਂ ਅਟਕ ਦੇ ਵੱਲ ਵਧਿਆ ਤਾਂ ਉਸ ਨੇ ਮੁਹੰਮਦ ਆਜ਼ਮ ਖਾਂ ਜੋ ਫਤਿਹ ਖਾਂ ਦਾ ਭਰਾ ਸੀਗਾ ਉਸ ਨੂੰ ਕਸ਼ਮੀਰ ਦਾ ਸ਼ਾਸਨ ਪ੍ਰਬੰਧ ਦੇ ਕੇ ਇੱਧਰ ਆ ਗਿਆ ਸੀਗਾ। ਲਗਭਗ ਹਜ਼ਰੋ ਦੀ ਲੜਾਈ ਦੇ ਹਜ਼ਰੋ ਜਾਂ ਹੈਦਰੋ ਜਾਂ ਛੱਛ ਦੀ ਲੜਾਈ ਲਗਭਗ ਇਹਨਾਂ ਨੂੰ ਕਿਹਾ ਜਾਂਦਾ ਹੈ। ਅਤੇ 26 ਜੂਨ ਨੂੰ ਕੀ ਸੀਗਾ 1813 ਨੂੰ ਇਹ ਲੜਾਈ ਹੋਈ ਸੀਗੀ। ਇਸ ਦੇ ਵਿੱਚ ਕਿਹਾ ਜਾਂਦਾ ਵੀ ਸਿੱਖਾਂ ਦੀ ਜਿਹੜੀ ਹੈ ਅਫਗਾਨਾਂ ਦੇ ਵਿਰੁੱਧ ਪਹਿਲੀ ਜਿੱਤ ਆਪਾਂ ਇਸ ਨੂੰ ਕਹਿ ਸਕਦੇ ਹਾਂ। ਅਤੇ ਕਾਫੀ ਮਹੱਤਵਪੂਰਨ ਫੈਕਟ ਨੇਗੇ ਇਹ ਪੇਪਰ ਦੇ ਵਿੱਚ ਕਿਤੇ ਕਦੇ ਨਾ ਕਦੇ ਰਿਪੀਟ ਹੋ ਸਕਦੇ ਨੇਗੇ ਅਤੇ ਕੋਸ਼ਿਸ਼ ਕਰਨੀ ਹੈ ਕਿ ਇਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਜਾਂ ਪੜ੍ਹਿਆ ਜਾਵੇ। ਅਤੇ ਇੱਕ ਹੋਰ ਜਿਹੜੀ ਮਹੱਤਵਪੂਰਨ ਘਟਨਾ ਹੈ ਆਪਾਂ ਅਟਕ ਦੀ ਲੜਾਈ ਤੋਂ ਬਾਅਦ ਦੇਖਣ ਨੂੰ ਮਿਲਦੀ ਹੈ ਕਿ ਕਾਮਰਾਨ ਉਸ ਸਮੇਂ ਮਹਿਮੂਦ ਅਫਗਾਨ ਦੇ ਵਿੱਚ ਇੱਕ ਸ਼ਾਸਕ ਦਾ ਪੁੱਤਰ ਸੀਗਾ ਜਿਸ ਨੇ ਲਗਭਗ ਫਤਿਹ ਖਾਂ ਨੂੰ ਕੀ ਸੀਗਾ ਕਤਲ ਕਰਵਾ ਦਿੱਤਾ ਸੀਗਾ। ਅਤੇ ਕਾਮਰਾਨ ਕੀ ਸੀਗਾ ਮਹਿਮੂਦ ਸ਼ਾਹ ਦਾ ਪੁੱਤਰ ਸੀਗਾ ਜਿਸ ਦੇ ਮਨ ਦੇ ਵਿੱਚ ਡਰ ਸੀਗਾ ਵੀ ਜੇਕਰ ਉਸ ਦੇ ਸ਼ਾਸਨ ਪ੍ਰਬੰਧ ਦੇ ਵਿੱਚ ਕਿਤੇ ਨਾ ਕਿਤੇ ਕੀ ਹੈ ਇਹ ਰੋੜਾ ਬਣ ਸਕਦਾ, ਜਿਹਦੀ ਆਪਾਂ ਗੱਲ ਕਰ ਰਹੇ ਹਾਂ ਇਹ ਫਤਿਹ ਖਾਂ ਦੀ। ਕਾਫੀ ਮਹੱਤਵਪੂਰਨ ਸ਼ਾਸਕ ਸੀਗਾ ਉਸ ਸਮੇਂ ਜੇਕਰ ਆਪਾਂ ਦੇਖੀਏ ਤਾਂ ਮਹਿਮੂਦ ਸ਼ਾਹ ਦਾ ਇਹ ਬੇਟਾ ਸੀਗਾ ਕਾਮਰਾਨ ਜਿਸ ਨੇ ਫਤਿਹ ਖਾਂ ਨੂੰ ਕੀ ਕਤਲ ਕਰਵਾਇਆ ਸੀਗਾ। ਆਜ਼ਮ ਖਾਂ ਨੇ ਕੀ ਸੀਗਾ ਕਾਮਰਾਨ ਨੂੰ ਹਰਾ ਕੇ ਕਾਬਲ ਦੇ ਉੱਪਰ ਸ਼ਾਸਨ ਲਗਭਗ ਦੇਖਦੇ ਹਾਂ ਇੱਥੇ ਤੈਮੂਰ ਸ਼ਾਹ ਦੇ ਪੁੱਤਰ ਅਯੂਬ ਖਾਂ ਨੂੰ ਉਸ ਤੋਂ ਬਾਅਦ ਜਿਹੜਾ ਆਜ਼ਮ ਖਾਂ ਨੇ ਕਾਮਰਾਨ ਨੂੰ ਹਟਾ ਕੇ ਤੈਮੂਰ ਸ਼ਾਹ ਦਾ ਜਿਹੜਾ ਪੁੱਤਰ ਸੀਗਾ ਅਯੂਬ ਖਾਂ ਉਸ ਨੂੰ ਗੱਦੀ ਦੇ ਉੱਪਰ ਬਿਠਾਇਆ ਸੀਗਾ। ਹੁਣ ਆਜ਼ਮ ਖਾਂ ਨੇ ਕੀ ਕੀਤਾ 1823 ਦੇ ਵਿੱਚ ਫਿਰ ਪੇਸ਼ਾਵਰ 'ਤੇ ਕਬਜ਼ਾ ਕਰ ਲਿਆ। ਹੁਣ ਪੇਸ਼ਾਵਰ ਨੂੰ ਜਿੱਤਣ ਦੇ ਲਈ ਜਿਹੜੀਆਂ ਕਾਫੀ ਸਾਰੀਆਂ ਮੁਹਿੰਮਾਂ ਇੱਥੇ ਕਰਨੀਆਂ ਪਈਆਂ ਸੀਗੀਆਂ, ਉਹਦੇ ਵਿੱਚ ਕਈ ਲੜਾਈਆਂ ਜਿਹੜੀਆਂ ਸੀਗੀਆਂ ਲੜਨੀਆਂ ਪਈਆਂ ਸੀਗੀਆਂ। ਅਤੇ ਜੇਕਰ ਦੇਖੀਏ ਆਪਾਂ ਪਹਿਲੀ ਮੁਹਿੰਮ ਦੇ ਵਿੱਚ ਹਰੀ ਸਿੰਘ ਨਲਵਾ ਸ਼ੇਰ ਸਿੰਘ ਅਤਰ ਸਿੰਘ ਅਤੇ ਵੈਂਤੂਰਾ ਅਤੇ ਅਕਾਲੀ ਫੂਲਾ ਸਿੰਘ ਜਿਹੜੇ ਇਹ ਸੈਨਾਪਤੀ ਸੀਗੇ ਜਿਹੜੇ ਉਸ ਦੇ ਵਿੱਚ ਦੇਖਦੇ ਨੇਗੇ। ਅਟਕ ਅਤੇ ਪੇਸ਼ਾਵਰ ਦੇ ਵਿਚਕਾਰ ਟਿੱਬਾ ਟਹਿਰੀ ਦੇ ਸਥਾਨ 'ਤੇ ਕੀ ਸੀਗੀ ਇੱਕ ਲੜਾਈ ਹੋਈ ਸੀਗੀ, ਕਾਫੀ ਮਹੱਤਵਪੂਰਨ ਲੜਾਈ ਹੈ, ਇਸ ਨੂੰ ਨੌਸ਼ਹਿਰਾ ਦੀ ਲੜਾਈ ਵੀ ਕਿਹਾ ਜਾਂਦਾ ਹੈ। ਡੇਟ ਜ਼ਰੂਰ ਯਾਦ ਰੱਖ ਲਿਓ 14 ਮਾਰਚ 1823 ਨੂੰ ਜਿਹੜੀ ਹੈ ਇਹ ਲੜਾਈ ਕੀ ਹੈ ਹੋਈ ਸੀਗੀ। ਇਸ ਦੇ ਵਿੱਚ ਕਾਫੀ ਮਹੱਤਵਪੂਰਨ ਚੀਜ਼ ਇਹ ਸੀਗੀ ਵੀ ਇਸ ਲੜਾਈ ਤੋਂ ਬਾਅਦ ਜਿਹੜਾ ਪੇਸ਼ਾਵਰ ਸੀਗਾ ਉਹ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਆ ਗਿਆ ਸੀਗਾ। ਅਤੇ ਗਵਰਨਰ ਕਿਸ ਨੂੰ ਬਣਾਇਆ ਗਿਆ ਸੀਗਾ? ਯਾਰ ਮੁਹੰਮਦ ਖਾਂ ਤਾਂ ਉਸ ਸਮੇਂ ਲਗਭਗ ਆਪਾਂ ਦੇਖਦੇ ਹਾਂ ਲਾਹੌਰ ਦਾ ਜਿਹੜਾ ਸੀਗਾ ਗਵਰਨਰ ਚੱਲ ਰਿਹਾ ਸੀਗਾ, ਪਰ ਲੇਕਿਨ ਪੇਸ਼ਾਵਰ ਦਾ ਜਿਹੜਾ ਗਵਰਨਰ ਹੈ ਉਹ ਹਰੀ ਸਿੰਘ ਨਲਵਾ ਨੂੰ ਕੀ ਹੈ ਬਣਾਇਆ ਗਿਆ ਸੀਗਾ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਪੇਸ਼ਾਵਰ ਦੇ ਵਿੱਚ ਜਿਹੜਾ ਸੀਗਾ ਸੈਯਦ ਅਹਿਮਦ ਖਾਂ, ਇਹਦੀ ਵੀ ਥੋੜ੍ਹੀ ਜਿਹੀ ਆਪਾਂ ਜਾਣਕਾਰੀ ਲਵਾਂਗੇ। ਇਸ ਨੇ ਕੀ ਸੀਗਾ ਕਬਜ਼ਾ ਕਰ ਲਿਆ ਸੀਗਾ ਅਤੇ ਵਿਦਰੋਹ ਸ਼ੁਰੂ ਕਰਤਾ ਸੀਗਾ ਅਤੇ ਲਗਭਗ ਸਿੱਖਾਂ ਦੇ ਖਿਲਾਫ ਜਿਹਾਦ ਦਾ ਜਿਹੜਾ ਇਸੇ ਨੂੰ ਹੀ ਕਿਹਾ ਜਾਂਦਾ ਆਪਣੇ ਆਪ ਨੂੰ ਇਸ ਨੂੰ ਇੱਕ ਹੋਰ ਚੀਜ਼ ਕਿਹਾ ਜਾਂਦਾ ਦੁਸ਼ਟ ਖਲੀਫਾ ਵੀ ਇਸੇ ਨੂੰ ਕਿਹਾ ਜਾਂਦਾ ਸੈਯਦ ਅਹਿਮਦ ਖਾਂ ਨੂੰ। ਲਗਭਗ ਇਸ ਨੂੰ ਹਰਾਉਣ ਦੇ ਲਈ
ਦੋ ਲੜਾਈਆਂ ਦੀ ਜਿਹੜੀ ਹੈ ਸਿੱਖਾਂ ਨੂੰ ਜੱਦੋ-ਜਹਿਦ ਕਰਨੀ ਪਈ ਸੀਗੀ। ਇੱਕ ਤਾਂ ਸੈਦੂ ਦੀ ਲੜਾਈ ਦੇ ਵਿੱਚ ਇਸ ਨੂੰ ਹਰਾਇਆ ਸੀਗਾ, ਸੈਦੂ ਦੀ ਲੜਾਈ ਦੇ ਵਿੱਚ ਇਸ ਨੂੰ ਹਰਾਇਆ ਸੀਗਾ, ਅਤੇ ਦੂਜੀ ਲੜਾਈ ਹੋਈ ਸੀਗੀ ਬਾਲਾਕੋਟ ਦੀ ਲੜਾਈ ਵਿੱਚ ਲਗਭਗ ਇਸ ਦੀ ਮੌਤ ਹੋ ਗਈ ਸੀਗੀ। ਅਤੇ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਅਤੇ ਕਾਫੀ ਮਹੱਤਵਪੂਰਨ ਇਸ ਦੇ ਬਾਰੇ ਡੀਪਲੀ ਆਪਾਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਜੇਕਰ ਤੁਸੀਂ ਵੀਡੀਓ ਦੇ ਅੰਤ ਤੱਕ ਬਣੇ ਰਹੇ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਾਫੀ ਮਹੱਤਵਪੂਰਨ ਚੀਜ਼ ਜਿਹੜੀ ਹੈ 6 ਮਈ 1834 ਨੂੰ ਪੇਸ਼ਾਵਰ ਨੂੰ ਕੀ ਹੈ ਲਾਹੌਰ ਰਾਜ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀਗਾ। ਇਹ ਡੇਟ ਤੁਹਾਨੂੰ ਜ਼ਰੂਰ ਯਾਦ ਰੱਖਣੀ ਹੈ। 6 ਮਈ 1834 ਨੂੰ ਪੇਸ਼ਾਵਰ ਨੂੰ ਲਾਹੌਰ ਰਾਜ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀਗਾ। ਲਗਭਗ ਉਸੇ ਸਮੇਂ ਜਦੋਂ ਪੇਸ਼ਾਵਰ ਨੂੰ ਸ਼ਾਮਿਲ ਕੀਤਾ ਗਿਆ ਤਾਂ ਅਫਗਾਨ ਦੇ ਵਿੱਚ ਸ਼ਾਹ ਸੁਜਾ ਜਿਹੜਾ ਸੀਗਾ ਦੋਸਤ ਮੁਹੰਮਦ ਖਾਂ ਤੋਂ ਕੀ ਸੀਗਾ ਹਾਰ ਗਿਆ ਸੀਗਾ। ਜਿਹੜੀ ਕੰਧਾਰ ਦੀ ਲੜਾਈ ਹੋਈ ਸੀਗੀ, ਕੰਧਾਰ ਦੀ ਲੜਾਈ ਦਾ ਵੀ ਇਸ ਕਰਕੇ ਜ਼ਿਕਰ ਆ ਜਾਂਦਾ ਕਿਉਂਕਿ ਉਸੇ ਸਮੇਂ ਅਫਗਾਨ ਦੇ ਵਿੱਚ ਇਹ ਮਹੱਤਵਪੂਰਨ ਘਟਨਾ ਸੀਗੀ ਕਿਉਂਕਿ ਉੱਥੋਂ ਦਾ ਸ਼ਾਸਕ ਸ਼ਾਹ ਸੁਜਾ ਦੋਸਤ ਮੁਹੰਮਦ ਖਾਨ ਤੋਂ ਹਾਰ ਗਿਆ ਸੀਗਾ। ਹੁਣ ਉਸ ਤੋਂ ਬਾਅਦ ਦੋਸਤ ਮੁਹੰਮਦ ਖਾਂ ਨੇ ਲਗਭਗ ਕੋਸ਼ਿਸ਼ ਕੀਤੀ ਸੀਗੀ ਕਿ ਇਹ ਪੇਸ਼ਾਵਰ ਨੂੰ ਅਤੇ ਲਾਹੌਰ ਨੂੰ ਜਿੱਤਿਆ ਜਾਵੇ। ਜਲਾਲਾਬਾਦ ਦੇ ਵਿਚਾਲੇ ਇੱਕ ਹੋਰ ਸੀਗਾ ਸ਼ਬਰਗਦ ਕਿਲ੍ਹਾ ਹੈ ਨਾ, ਅਤੇ ਆਪਾਂ ਇੱਕ ਹੋਰ ਦੇਖਦੇ ਹਾਂ ਕਿ ਪੇਸ਼ਾਵਰ ਅਤੇ ਜਲਾਲਾਬਾਦ ਦੇ ਵਿਚਕਾਰ ਜਿਹੜਾ ਸ਼ਬਰਗਦ ਕਿਲ੍ਹਾ ਹੈ ਇਹ ਵੀ ਬਣਵਾਇਆ ਗਿਆ ਸੀਗਾ। ਹਰੀ ਸਿੰਘ ਨਲਵੇ ਨੇ ਇੱਕ ਕਿਲ੍ਹੇ ਦਾ ਨਿਰਮਾਣ ਕਰਵਾਇਆ ਸੀਗਾ ਜਿਸ ਨੂੰ ਜਮਰੋਦ ਦਾ ਕਿਲ੍ਹਾ ਕਿਹਾ ਜਾਂਦਾ। ਅਤੇ ਇੱਕ ਹੋਰ ਇਹ ਚੀਜ਼ ਕਹੀ ਜਾਂਦੀ ਹੈ ਜਦੋਂ ਇਹ ਕਿਲ੍ਹਾ ਪੂਰਾ ਹੋਇਆ ਤਾਂ ਇਸ ਕਿਲ੍ਹੇ ਦਾ ਨਾਮ ਕੀ ਰੱਖਿਆ ਗਿਆ ਸੀਗਾ ਫਤਿਹਗੜ੍ਹ ਸਾਹਿਬ ਇਸ ਕਿਲ੍ਹੇ ਦਾ ਨਾਮ ਰੱਖਿਆ ਗਿਆ ਸੀਗਾ। ਅਤੇ ਲਗਭਗ ਫਿਰ ਆਪਾਂ ਦੇਖਦੇ ਹਾਂ 1837 ਦੇ ਵਿੱਚ ਜਮਰੋਦ ਦੀ ਲੜਾਈ ਹੁੰਦੀ ਹੈ, ਅਪ੍ਰੈਲ 1837 ਦੇ ਵਿੱਚ। ਇਸ ਲੜਾਈ ਦੀ ਕੀ ਹੈ ਮਹੱਤਵਪੂਰਨ ਵਿਸ਼ੇਸ਼ਤਾ ਕੀ ਹੈ, ਇਸ ਦੇ ਵਿੱਚ ਹਰੀ ਸਿੰਘ ਨਲਵਾ ਕੀ ਹੈ ਉਹ ਮਾਰਿਆ ਜਾਂਦਾ ਹੈ। ਅਤੇ ਲਗਭਗ ਦੇਖਦੇ ਨੇ ਕਿ ਇਸ ਦੇ ਵਿੱਚ ਸਿਰਫ ਕੁੱਲ 600 ਸਿੱਖ ਸੀਗੇ ਜਦੋਂ ਇਹ ਲੜਾਈ ਹੋਈ ਸੀ। ਜਦੋਂ ਅਫਗਾਨਾਂ ਦੀ ਆਪਾਂ ਗੱਲ ਕਰਦੇ ਹਾਂ ਇਸੇ ਦੇ ਵਿੱਚ ਆਪਾਂ ਦੇਖਿਆ ਜਮਰੋਦ ਦੀ ਲੜਾਈ ਦੇ ਵਿੱਚ ਹਰੀ ਸਿੰਘ ਨਲਵੇ ਦੀ ਕੀ ਹੈ ਸ਼ਹੀਦੀ ਹੁੰਦੀ ਹੈ। ਇਸ ਦੇ ਵਿੱਚ ਜਿਹੜਾ ਸੀਗਾ ਸੈਨਾਪਤੀ ਦੇ ਤੌਰ 'ਤੇ ਮਹਾਂ ਸਿੰਘ ਲੜਿਆ ਸੀਗਾ। ਜੇਕਰ ਜਮਰੋਦ ਦੀ ਲੜਾਈ ਦੇ ਵਿੱਚ ਸੈਨਾਪਤੀ ਦੇ ਤੌਰ 'ਤੇ ਦੇਖੀਏ ਤਾਂ ਮਹਾਂ ਸਿੰਘ, ਅਤੇ ਇਹ ਸਿੱਖਾਂ ਦੀ ਅਫਗਾਨਾਂ ਦੇ ਖਿਲਾਫ ਆਖਰੀ ਲੜਾਈ ਸੀਗੀ। ਅਤੇ ਪਹਿਲੀ ਲੜਾਈ ਜੇਕਰ ਆਪਾਂ ਦੇਖੀਏ ਤਾਂ ਅਟਕ ਦੀ, ਠੀਕ ਹੈ, ਜਿਹੜੀ ਆਪਾਂ ਕਹਿੰਦੇ ਹਾਂ ਹਦਰੋ ਦੀ ਲੜਾਈ, ਠੀਕ ਹੈ, ਜਾਂ ਛੱਛ ਦੀ ਲੜਾਈ, ਠੀਕ ਹੈ, ਉਹ ਲੜਾਈ ਹੈ ਆਪਣੀ ਹਦਰੋ ਦੀ ਲੜਾਈ ਜਿਸ ਨੂੰ ਕਿਹਾ ਜਾਂਦਾ ਹੈ। ਇਹ ਲੜਾਈ ਸੀਗੀ ਪਹਿਲੀ ਲੜਾਈ। ਅਤੇ ਉਸ ਤੋਂ ਬਾਅਦ ਜੇਕਰ ਆਪਾਂ ਦੇਖੀਏ ਸਿੱਖਾਂ ਦੇ ਖਿਲਾਫ ਅੰਤਿਮ ਲੜਾਈ ਕੀ ਸੀਗੀ ਜਮਰੋਦ ਦੀ ਲੜਾਈ ਸਿੱਖ ਅਤੇ ਅਫਗਾਨਾਂ ਦੀ। ਉਸ ਤੋਂ ਬਾਅਦ 1836 ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਅੰਗਰੇਜ਼ ਗਵਰਨਰ ਕੀ ਸੀਗਾ ਆਕਲੈਂਡ ਬਣਿਆ ਸੀਗਾ। ਉਸਨੇ ਕੀ ਕੀਤਾ ਬਰਨਰਜ਼ ਨੂੰ ਕਾਬਲ ਭੇਜਿਆ ਸੀਗਾ ਜਿਹੜਾ ਦੋਸਤ ਮੁਹੰਮਦ ਖਾਂ ਹੈ ਨਾ, ਦੋਸਤ ਮੁਹੰਮਦ ਖਾਂ ਦੀ ਗੱਲ ਨਾਲ ਕਰਨ, ਕਿਉਂਕਿ ਉਸ ਸਮੇਂ ਕੀ ਸੀਗਾ ਆਪਾਂ ਨੂੰ ਪਤਾ ਹੈ ਕਿ ਯੂਰਪ ਦੇ ਵਿੱਚ ਗੜਬੜੀ ਚੱਲ ਰਹੀ ਸੀਗੀ ਅਤੇ ਰੂਸ ਅਤੇ ਈਰਾਨ ਹੈ ਨਾ ਉਹ ਲਗਭਗ ਨੈਪੋਲੀਅਨ ਦੀ ਕੀ ਹੈ ਜਾਂ ਫਰਾਂਸ ਦੀ ਕੀ ਹੈ ਸਹਾਇਤਾ ਦੇ ਮੁੜੀ ਬਣ ਗਏ ਸੀਗੇ। ਅਤੇ ਉਸ ਸਮੇਂ ਫਰਾਂਸ ਦੇ ਵਿੱਚ ਆਪਾਂ ਦੇਖਦੇ ਹਾਂ ਨੈਪੋਲੀਅਨ ਦਾ ਕਾਫੀ ਵੱਡਾ ਬੋਲਬਾਲਾ ਸੀਗਾ। ਅਤੇ ਉਸੇ ਚੀਜ਼ ਤੋਂ ਲਗਭਗ ਇਹਨਾਂ ਨੇ ਡਰ ਕੇ ਹੈ ਨਾ, ਜਾਂ ਫਰਾਂਸ ਦੇ ਵਿੱਚ ਜਿਹੜੀਆਂ ਕ੍ਰਾਂਤੀਆਂ ਹੋਈਆਂ ਨੇ ਜਾਂ ਯੂਰਪ ਦੇ ਵਿੱਚ ਗੜਬੜੀ ਦੇ ਕਾਰਨ, ਅਤੇ ਰੂਸ ਅਤੇ ਈਰਾਨ ਕੀ ਸੀਗੇ ਭਾਰਤ ਦੇ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਅਤੇ ਆਕਲੈਂਡ ਤੋਂ ਡਰ ਸੀਗਾ ਵੀ ਜੇ ਕਿਧਰੇ ਰੂਸ ਇੱਧਰ ਆ ਗਿਆ ਤਾਂ ਉਹਨਾਂ ਨੂੰ ਰੋਕਣ ਵਾਸਤੇ ਕੀ ਹੈ ਅਫਗਾਨਿਸਤਾਨ ਜਾਂ ਕਾਬਲ ਨੂੰ ਆਪਣੇ ਨਾਲ ਰਲਾਉਣਾ ਕੀ ਹੈ ਜ਼ਰੂਰੀ ਹੈ। ਅਤੇ ਉਹਨਾਂ ਨੂੰ ਇੱਕ ਹੋਰ ਡਰ ਸੀਗਾ ਵੀ ਜੇ ਕਿਧਰੇ ਇਹ ਦੋਸਤ ਮੁਹੰਮਦ ਖਾਂ ਉੱਧਰ ਰਲ ਗਿਆ। ਫਿਰ ਇਸੇ ਕਰਕੇ ਇਹਨਾਂ ਨੇ ਕੀ ਕੀਤਾ ਜਦੋਂ ਇਹਨਾਂ ਦੀ ਗੱਲ ਨਹੀਂ ਹੋਈ ਤਾਂ ਇਹਨਾਂ ਨੇ ਆਕਲੈਂਡ ਦੇ ਮਹਾਰਾਜਾ ਰਣਜੀਤ ਸਿੰਘ ਅਤੇ ਸ਼ਾਹ ਸੁਜਾ ਦੇ ਨਾਲ ਅਤੇ ਆਕਲੈਂਡ ਇਹਨਾਂ ਤਿੰਨਾਂ ਨੇ ਮਿਲ ਕੇ ਇੱਕ ਸੰਧੀ ਦੇ ਉੱਪਰ ਹਸਤਾਖਰ ਕੀਤੇ। ਲਗਭਗ ਉਸ ਸੰਧੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਜਦੋਂ ਉਸ ਸੰਧੀ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਸ ਦੇ ਵਿੱਚ ਕਾਫੀ ਮਹੱਤਵਪੂਰਨ ਚੀਜ਼ ਆ ਜਾਂਦੀ ਹੈ ਬਈ ਇਹ ਸੰਧੀ ਦਾ ਰੀਜਨ ਕੀ ਸੀਗਾ। ਇਹ ਸੰਧੀ ਦਾ ਰੀਜਨ ਸੀਗਾ ਕਿ ਲਗਭਗ 1835 ਦੇ ਵਿੱਚ ਸਿੱਖਾਂ ਦੇ ਵਿਰੁੱਧ ਜਿਹੜੀ ਸੀਗੀ ਅਸਫਲਤਾ ਸੀਗੀ ਦੋਸਤ ਮੁਹੰਮਦ ਖਾਂ ਅੰਗਰੇਜ਼ਾਂ ਤੋਂ ਸਹਾਇਤਾ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਹੈ ਨਾ, ਅਤੇ ਕਿਤੇ ਨਾ ਕਿਤੇ ਉਹਨਾਂ ਨੂੰ ਲੱਗ ਰਿਹਾ ਸੀਗਾ। ਫਿਰ ਜਦੋਂ ਪੇਸ਼ਾਵਰ ਦੇ ਮਾਮਲੇ ਦੇ ਆਇਆ ਤਾਂ ਉਹਨਾਂ ਨੂੰ ਪਤਾ ਸੀਗਾ ਪੇਸ਼ਾਵਰ ਰਣਜੀਤ ਸਿੰਘ ਨੇ ਛੱਡਣਾ ਨਹੀਂ ਹੈਗਾ। ਇਸ ਕਰਕੇ ਕੀ ਸੀਗਾ ਦੋਸਤ ਮੁਹੰਮਦ ਖਾਂ ਦੇ ਨਾਲ ਅੰਗਰੇਜ਼ਾਂ ਨੇ ਗੱਲਬਾਤ ਨਹੀਂ ਕੀਤੀ ਸੀਗੀ। ਅਤੇ ਇਸੇ ਕਰਕੇ ਇਹਨਾਂ ਨੇ ਕੀ ਕੀਤਾ ਸ਼ਾਹ ਸੁਜਾ ਜਿਹੜਾ ਉਸ ਸਮੇਂ ਦੋਸਤ ਮੁਹੰਮਦ ਖਾਂ ਨੇ ਜਿਸ ਨੂੰ ਹਰਾਇਆ ਸੀਗਾ ਉਸ ਦੇ ਨਾਲ ਗੱਲ ਕੀਤੀ ਵੀ ਤੈਨੂੰ ਅਸੀਂ ਅਫਗਾਨ ਦਾ ਸ਼ਾਸਕ ਬਣਾਵਾਂਗੇ, ਫਿਰ ਤੂੰ ਸਾਡੀਆਂ ਇਹ ਗੱਲਾਂ ਮੰਨ ਲਈ। ਲਗਭਗ ਇਹ ਜਿਹੜੀ ਸੰਧੀ ਹੈ ਤ੍ਰੈਪੱਖੀ ਸੰਧੀ ਹੈ ਜਿਸ ਨੂੰ ਕਿਹਾ ਜਾਂਦਾ ਇਹ 26 ਜੂਨ
1838 ਨੂੰ ਹੁੰਦੀ ਹੈ। ਅਤੇ ਇਸ ਦਿਨ ਤਾਂ ਦੇਖੋ ਦਸਤਖਤ ਜਿਹੜੇ ਹੁੰਦੇ ਨੇਗੇ ਰਣਜੀਤ ਸਿੰਘ ਅਤੇ ਸਾਧ ਸੁਜਾ ਦੇ, ਇਹਦੇ ਉੱਪਰ ਦਸਤਖਤ ਹੁੰਦੇ ਨੇਗੇ। ਅਤੇ 17 ਜੁਲਾਈ ਨੂੰ ਇਸ ਸੰਧੀ ਨੂੰ ਕੀ ਹੈ ਮਨਜ਼ੂਰੀ ਮਿਲ ਜਾਂਦੀ ਹੈ, ਅਤੇ 25 ਜੁਲਾਈ ਨੂੰ ਆਕਲੈਂਡ ਦੁਆਰਾ ਇਸ ਦੇ ਉੱਪਰ ਕੀ ਹੈ ਦਸਤਖਤ ਕੀਤੇ ਜਾਂਦੇ ਨੇਗੇ। ਅਤੇ ਇਸੇ ਕਰਕੇ ਜੋ ਵੀ ਫੈਸਲਾ ਸੀਗਾ ਲਗਭਗ ਇਹਨਾਂ ਨੇ ਕਿਹਾ ਸੀਗਾ ਵੀ ਰਣਜੀਤ ਸਿੰਘ ਅਤੇ ਅੰਗਰੇਜ਼ ਜੋ ਵੀ ਮਿਲ ਕੇ ਫੈਸਲਾ ਕਰਨਗੇ, ਸਾਧ ਸੁਜਾ ਨੂੰ ਕਿਹਾ ਗਿਆ ਸੀਗਾ ਵੀ ਉਹ ਫੈਸਲਾ ਕੀ ਹੈ ਸਾਧ ਸੁਜਾ ਨੂੰ ਮੰਨਣਾ ਪਊਗਾ। ਇਹ ਗੱਲ ਸੀਗੀ ਸਾਧ ਸੁਜਾ ਦੇ ਨਾਲ ਇਸ ਸੰਧੀ ਦੇ ਤਹਿਤ ਕੀਤੀ ਗਈ ਸੀਗੀ। ਚਰਚਾ ਦੇ ਵਿੱਚ ਕਰ ਹੀ ਲਈ ਕਿ 26 ਜੂਨ ਦੇ ਵਿੱਚ ਜਿਹੜੇ ਆ ਸੰਧੀ ਦੇ ਹਸਤਾਖਰ ਹੁੰਦੇ ਆ, 25 ਜੁਲਾਈ ਨੂੰ ਇਹ ਲਾਗੂ ਹੁੰਦੀ ਹੈ। ਅਤੇ 1838 ਦੇ ਵਿੱਚ ਕੀ ਹੈ ਰੂਸ ਅਤੇ ਈਰਾਨ ਅਫਗਾਨਿਸਤਾਨ ਤੋਂ ਕੀ ਆ ਵਾਪਸ ਮੁੜ ਗਏ ਸੀਗੇ। ਹੁਣ ਫਿਰ ਵੀ ਇਹਨਾਂ ਨੇ ਕੀ ਸੀਗਾ ਹਮਲੇ ਦਾ ਜਿਹੜਾ ਹੈ ਉਹ ਰੁੱਖ ਨਹੀਂ ਚੇਂਜ ਕੀਤਾ ਸੀਗਾ। ਲਗਭਗ ਆਪਾਂ ਦੇਖਦੇ ਹਾਂ ਇਸ ਤਰ੍ਹਾਂ ਜਿਹੜਾ ਹੈ ਪਹਿਲਾ ਅਫਗਾਨ ਯੁੱਧ ਹੈ ਜਿਹੜਾ 1839 ਦੇ ਵਿੱਚ ਜਿਹੜੀ ਸੀਗੀ ਹੈ ਨਾ 1838 ਦੇ ਵਿੱਚ ਪਹਿਲਾ ਅਫਗਾਨ ਯੁੱਧ ਹੈ ਜਿਹੜਾ ਸ਼ੁਰੂ ਹੋ ਗਿਆ ਸੀਗਾ। 1839 ਦੇ ਵਿੱਚ ਕੰਧਾਰ ਦੀ ਜਿੱਤ ਦੇ ਨਾਲ ਹੈ ਨਾ ਸਾਧ ਸੁਜਾ ਦੇ ਵੱਲੋਂ ਫਿਰ ਤੋਂ ਕਾਬਲ ਅਤੇ ਗਜ਼ਨੀ ਦੀ ਜਿਹੜੀ ਜਿੱਤ ਹੈ ਉਹ ਪ੍ਰਾਪਤ ਕਰ ਲਈ ਸੀਗੀ। ਲਗਭਗ ਆਪਾਂ ਦੇਖਦੇ ਹਾਂ ਸੈਯਦ ਅਹਿਮਦ ਖੁਦ ਨੂੰ ਭਾਰਤ ਦਾ ਜਿਹੜਾ ਹੁਣ ਇੱਕ ਜਿਹੜਾ ਸੀਗਾ ਇਹ ਸੈਯਦ ਅਹਿਮਦ ਬਾਰੇ ਆਪਾਂ ਗੱਲ ਕੀਤੀ ਸੀਗੀ। ਇਹਨੂੰ ਲਗਭਗ ਕੀ ਕਿਹਾ ਜਾਂਦਾ ਹੈ ਦੁਸ਼ਟ ਖਲੀਫਾ ਵੀ ਆਪਾਂ ਕਿਹਾ ਸੀਗਾ ਨਾ ਦੁਸ਼ਟ ਖਲੀਫਾ। ਅਤੇ ਆਪਾਂ ਇੱਕ ਗੱਲ ਕਰੀਏ ਸੈਦੂ ਦੀ ਲੜਾਈ ਅਤੇ ਬਾਲਾਕੋਟ ਦੀ ਲੜਾਈ ਦੇ ਵਿੱਚ ਇਸ ਦੀ ਮੌਤ ਹੋਈ ਸੀਗੀ। ਸੈਦੂ ਦੀ ਲੜਾਈ ਦੇ ਵਿੱਚ ਇਸ ਨੂੰ ਹਰਾਇਆ ਸੀਗਾ ਅਤੇ ਇੱਕ ਹੋਰ ਇਸ ਨੂੰ ਦੁਬਾਰਾ ਹਰਾਇਆ ਗਿਆ ਸੀਗਾ ਜੇਹਲਮ ਦਰਿਆ ਦੇ ਕੰਢੇ 'ਤੇ। ਤਾਂ ਲਾਸਟ ਦੇ ਵਿੱਚ ਬਾਲਾਕੋਟ ਦੀ ਲੜਾਈ ਦੇ ਵਿੱਚ ਇਹ ਬੰਦਾ ਕੀ ਹੈ ਮਾਰਿਆ ਗਿਆ ਸੀਗਾ ਹੈ ਨਾ। ਹਰੀ ਸਿੰਘ ਨਰਵਣੇ ਨੇ ਹੁਣ ਆਪਾਂ ਦੇਖਦੇ ਹਾਂ ਸੈਦੂ ਦੀ ਲੜਾਈ ਦੇ ਵਿੱਚ ਹਰਾਇਆ ਸੀਗਾ 1827 ਦੇ ਵਿੱਚ ਜਿਹੜੀ ਹੋਈ ਸੀਗੀ। ਅਤੇ ਉਸ ਤੋਂ ਬਾਅਦ ਲਗਭਗ ਜਿਹੜੇ ਇਹ ਕਿਲ੍ਹੇ ਸੀਗੇ ਅਟਕ, ਖੈਰਾਬਾਦ, ਸਬਰਕਦ, ਜਹਾਂਗੀਰ, ਨਾਰਾ, ਦਰਮਾ ਅਤੇ ਮਾਰੂ ਇਹ ਸਾਰੇ ਕੀ ਸੀਗੇ ਕਿਲ੍ਹੇ ਸੀਗੇ। ਕਈ ਵਾਰ ਪੁੱਛ ਰਿਹਾ ਜਾਂਦਾ ਇਹਨਾਂ ਦੇ ਵਿੱਚੋਂ ਕਿਲ੍ਹਾ ਕਿਹੜਾ ਸੀਗਾ। ਹੁਣ ਜਿਹੜੀ ਅਗਲੀ ਕਹਾਣੀ ਹੈ ਕੱਲ੍ਹ ਆਪਾਂ ਨੇ ਪੇਸ਼ਾਵਰ ਅਤੇ ਜਮਰੂਦ ਦੀ ਜਿਹੜੀ ਸੀਗੀ ਕਹਾਣੀ ਕਾਫੀ ਵਧੀਆ ਤਰੀਕੇ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਕੁਝ ਹੋਰ ਚੀਜ਼ਾਂ ਨੇ ਜਿਹੜੀਆਂ ਅੱਜ ਦੇਖ ਰਹੇ ਹਾਂ ਕਾਫੀ ਮਹੱਤਵਪੂਰਨ ਨੇ ਜਿਹੜੀਆਂ ਸਾਡੀ ਪੇਪਰ ਕਾਊਂਟਰ ਦੇ ਨਾਲ ਹੋ ਸਕਦੀਆਂ ਨੇ। ਤਾਂ ਹਜ਼ਰੋ ਦੀ ਲੜਾਈ ਦੇ ਵਿੱਚ ਦੇਖ ਲੈਂਦੇ ਹਾਂ ਜਾਂ ਛੱਛ ਦੀ ਲੜਾਈ ਜਾਂ ਸਿੱਖਾਂ ਅਤੇ ਅਫਗਾਨਾਂ ਦੀ ਜਿਹੜੀ ਪਹਿਲੀ ਲੜਾਈ ਪਹਿਲੀ ਜਿੱਤ ਹੈ ਨਾ ਉਹ ਸਿੱਖਾਂ ਦੀ ਅਫਗਾਨਾਂ ਦੇ ਉੱਪਰ ਪਹਿਲੀ ਜਿੱਤ ਉਸ ਦੀ ਗੱਲ ਕਰਦੇ ਹਾਂ। ਇਸ ਦੇ ਵਿੱਚ ਕਾਰਨ ਇਸ ਦਾ ਮੁੱਖ ਕੀ ਮੰਨਿਆ ਜਾਂਦਾ ਜਿਹੜੀ ਕਸ਼ਮੀਰ ਦੀ ਘਟਨਾ ਹੋਈ ਸੀਗੀ ਵੀ ਫਤਿਹ ਸਿੰਘ ਅਤੇ ਰਣਜੀਤ ਸਿੰਘ ਨੇ ਜੋ ਕਸ਼ਮੀਰ ਬਾਰੇ ਇਹਨਾਂ ਨੇ ਆਪਸ ਦੇ ਵਿੱਚ ਕੰਟਰੀਬਿਊਸ਼ਨ ਕੀਤਾ ਸੀਗਾ। ਅਤੇ ਉਸ ਤੋਂ ਬਾਅਦ ਜਿਹੜਾ ਸੀਗਾ ਫਤਿਹ ਖਾਂ ਉਸ ਤੋਂ ਮੁੱਕਰ ਗਿਆ ਸੀਗਾ। ਉਹ ਚੀਜ਼ ਨੂੰ ਲੈ ਕੇ ਫਕੀਰ ਅਜੀਜ਼ੁਦੀਨ ਨੇ ਕੀ ਕੀਤਾ ਸੀਗਾ ਅਟਕ ਦੇ ਉੱਪਰ ਕਬਜ਼ਾ ਕਰ ਲਿਆ। ਫਿਰ ਉਸ ਤੋਂ ਬਾਅਦ ਮੰਨਿਆ ਜਾਂਦਾ ਵੀ ਅਟਕ ਕੀ ਹੈ ਪੰਜਾਬ ਦਾ ਪ੍ਰਵੇਸ਼ ਦੁਆਰ ਸੀਗਾ ਉਸ ਸਮੇਂ। ਰਣਜੀਤ ਸਿੰਘ ਨੇ ਇਸ ਕਰਕੇ ਇਸ ਦੇ ਉੱਪਰ ਕਬਜ਼ਾ ਕੀਤਾ ਸੀਗਾ। ਹੁਣ ਫਤਿਹ ਖਾਂ ਕੀ ਹੈ ਆਪ ਦਾ ਹਮਲਾ ਜਿਹੜਾ ਇਸ ਦੇ ਉੱਪਰ ਕਰ ਦਿੰਦਾ ਲਗਭਗ 26 ਜੂਨ ਇਹ ਜੂਨ ਯਾਦ ਰੱਖ ਲਿਓ 26 ਜੂਨ 1813 ਨੂੰ ਇਹ ਜਿਹੜੀ ਲੜਾਈ ਹੁੰਦੀ ਹੈ। ਅਤੇ ਇਸ ਦੇ ਵਿੱਚ ਇਸ ਨੂੰ ਛੱਛ ਦੀ ਲੜਾਈ ਜਾਂ ਹੈਦਰੂ ਦੀ ਲੜਾਈ ਵੀ ਕਿਹਾ ਜਾਂਦਾ। ਇਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਆਪ ਲੜਿਆ ਸੀਗਾ ਅਤੇ ਸਿੱਖਾਂ ਦੀ ਪਹਿਲੀ ਅਫਗਾਨਾਂ ਦੇ ਉੱਪਰ ਜਿਹੜੀ ਜਿੱਤ ਹੈ ਉਹ ਇਸ ਨੂੰ ਕਿਹਾ ਜਾਂਦਾ। ਅਤੇ ਅਗਲੀ ਜਿਹੜੀ ਮਹੱਤਵਪੂਰਨ ਲੜਾਈ ਹੈ ਉਹ ਆਪਾਂ ਨੂੰ ਦੇਖਣ ਨੂੰ ਅਤੇ ਅਗਲੀ ਜਿਹੜੀ ਲੜਾਈ ਆਪਾਂ ਦੇਖਦੇ ਹਾਂ ਨੌਸ਼ਹਿਰਾ ਦੀ ਜਾਂ ਟਿੱਬਾ ਟਹਿਰੀ ਦੀ ਲੜਾਈ। ਇਸ ਦੇ ਵਿੱਚ ਵੀ ਆਪਾਂ ਨੂੰ ਜਿਹੜੀਆਂ ਚੀਜ਼ਾਂ ਦੇਖ ਲੈਣੀਆਂ ਚਾਹੀਦੀਆਂ ਨੇ। ਕਾਬਲ ਦਾ ਉਸ ਸਮੇਂ ਜਿਹੜਾ ਸ਼ਾਸਕ ਸੀਗਾ ਮੁਹੰਮਦ ਆਜ਼ਮ ਸੀਗਾ ਅਤੇ ਲਗਭਗ 1823 ਦੇ ਵਿੱਚ ਇਹ ਲੜਾਈ ਹੋਈ ਸੀਗੀ। ਅਤੇ ਪੇਸ਼ਾਵਰ ਦਾ ਜਿਹੜਾ ਸ਼ਾਸਕ ਸੀਗਾ ਉਹ ਸੀਗਾ ਯਾਰ ਮੁਹੰਮਦ ਖਾਂ। ਹੁਣ ਸਿੱਖ ਸੈਨਾ ਦੇ ਵਿੱਚ ਆਪਾਂ ਦੇਖਦੇ ਹਾਂ ਹਰੀ ਸਿੰਘ ਨਲੂਆ, ਸ਼ੇਰ ਸਿੰਘ, ਅਤਰ ਸਿੰਘ ਵੈਤੂਰਾ ਅਤੇ ਅਕਾਲੀ ਫੂਲਾ ਸਿੰਘ। ਵੈਂਤੂਰਾ ਇੱਥੇ ਕੀ ਹੈ ਥੋੜ੍ਹਾ ਜਿਹਾ ਮਹੱਤਵਪੂਰਨ ਹੋ ਜਾਂਦਾ ਹੈ ਕਿ ਕਾਫੀ ਮਹੱਤਵਪੂਰਨ ਸੀਗਾ ਇਹ ਵੈਂਤੂਰਾ ਕਿਉਂਕਿ ਇਹ ਫਰਾਂਸੀਸੀ ਸੀਗਾ ਜਿਹੜਾ ਪਹਿਲੀ ਵਾਰੀ ਇਹ ਸਿੱਖ ਮੁਹਿੰਮ ਦੇ ਵਿੱਚ ਜਿਹੜਾ ਭਾਗ ਲੈ ਰਿਹਾ ਸੀਗਾ। ਤਾਂ ਇਹ ਲੜਾਈ ਦੀ ਜਿਹੜੀ ਐਕਚੁਅਲੀ ਡੇਟ ਹੈ ਉਹ 14 ਮਾਰਚ 1823 ਹੈ। 14 ਮਾਰਚ 1823 ਇਸ ਦਿਨ ਕੀ ਹੈ ਨੌਸ਼ਹਿਰਾ ਦੀ ਜਿਹੜੀ ਟਿੱਬਾ ਟਹਿਰ ਦੀ ਲੜਾਈ ਹੋਈ ਸੀਗੀ। ਇਸ ਲੜਾਈ ਤੋਂ ਬਾਅਦ ਲਗਭਗ ਆਪਾਂ ਦੇਖਦੇ ਹਾਂ ਆਜ਼ਮ ਖਾਂ ਦੀ ਮੌਤ ਹੋ ਜਾਂਦੀ ਹੈ ਅਤੇ ਯਾਰ ਮੁਹੰਮਦ ਖਾਂ ਠੀਕ ਹੈ ਪੇਸ਼ਾਵਰ ਦਾ ਦੁਬਾਰਾ ਰਣਜੀਤ ਸਿੰਘ ਦੁਬਾਰਾ ਪੇਸ਼ਾਵਰ ਨੂੰ ਜਿਹੜਾ ਇੱਥੇ ਸ਼ਾਮਿਲ ਨਹੀਂ ਕੀਤਾ ਜਾਂਦਾ ਹਾਲੇ ਕਿਉਂਕਿ ਸ਼ਾਮਿਲ ਲਗਭਗ ਮਈ 1806 ਮਈ ਨੂੰ ਸ਼ਾਮਿਲ ਕੀਤਾ ਜਾਊਗਾ 1834 ਦੇ ਨੇੜੇ ਤੇੜੇ। ਹੁਣ ਇੱਥੇ ਯਾਰ ਮੁਹੰਮਦ ਖਾਂ ਨੂੰ ਕੀ ਹੈ ਪੇਸ਼ਾਵਰ ਦਾ ਹੀ ਗਵਰਨਰ ਜਿਹੜਾ ਉਹ ਰਹਿਣ ਦਿੱਤਾ ਜਾਂਦਾ। ਹੁਣ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਾਫੀ ਜਿਹੜਾ ਮਹੱਤਵਪੂਰਨ ਚੀਜ਼ ਆਪਾਂ ਨੇ ਦੇਖੀ ਸੀਗੀ ਆ ਸੈਯਦ ਅਹਿਮਦ ਖਾਂ। ਇਹ ਸੈਯਦ ਅਹਿਮਦ ਖਾਂ ਵੀ ਥੋੜ੍ਹਾ ਜਿਹਾ ਮਸ਼ਹੂਰ ਇਸ ਕਰਕੇ ਰਹਿੰਦਾ। ਇੱਕ ਤਾਂ ਇਸ ਨੂੰ ਦੁਸ਼ਟ ਖਲੀਫਾ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਇਹ ਖੁਦ ਨੂੰ ਆਪਣੇ ਆਪ ਨੂੰ ਕੀ ਕਹਿੰਦਾ ਸੀਗਾ ਕਿ ਮੈਂ ਕੀ ਹਾਂ ਪੈਗੰਬਰ ਦਾ ਦੂਤ ਹਾਂ।
ਤੇ ਪੈਗੰਬਰ ਦੇ ਦੂਤ ਤੋਂ ਹੋਣ ਬਾਅਦ ਇਸ ਦਾ ਇੱਕ ਮੁੱਢਲਾ ਨਾਮ ਵੀ ਕਈ ਵਾਰ ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾ ਹੈ। ਮੀਰ ਅਹਿਮਦ ਇਸ ਦਾ ਮੁੱਢਲਾ ਨਾਮ ਸੀਗਾ। ਤੇ ਆਪਾਂ ਦੇਖਦੇ ਹਾਂ ਸੈਦੂ ਦੀ ਲੜਾਈ ਦੇ ਵਿੱਚ ਇਸ ਨੂੰ ਹਰਾਇਆ ਸੀਗਾ ਲਗਭਗ 1827 ਦੇ ਵਿੱਚ ਜਿਹੜੀ ਹੋਈ ਸੀਗੀ। ਅਤੇ ਹਰੀ ਸਿੰਘ ਨਲਵਾ ਅਤੇ ਬੁੱਧ ਸਿੰਘ ਸੰਧਾਵਾਲੀਆ ਨੇ। ਅਤੇ ਇਸ ਤੋਂ ਬਾਅਦ ਇਸ ਨੂੰ 1830 ਦੇ ਵਿੱਚ ਵੀ ਹਰਾਇਆ ਗਿਆ ਸੀਗਾ ਜੇਹਲਮ ਦਰਿਆ ਦੇ ਕੰਢੇ 'ਤੇ। ਅਤੇ ਮਈ 1831 ਨੂੰ ਬਾਲਾਕੋਟ ਦੀ ਲੜਾਈ ਦੇ ਵਿੱਚ ਇਸ ਦੀ ਮੌਤ ਹੋ ਜਾਂਦੀ ਹੈ। ਅਤੇ ਜਿਹੜਾ ਸਿੱਖ ਸੈਨਾਪਤੀ ਸੀਗਾ ਬਾਲਾਕੋਟ ਦੀ ਲੜਾਈ ਦੇ ਵਿੱਚ ਉਹ ਸ਼ੇਰ ਸਿੰਘ ਸੀਗਾ। ਇਹ ਜਿਹੜੇ ਮਹੱਤਵਪੂਰਨ ਨੇ। ਹੁਣ ਪੇਸ਼ਾਵਰ ਨੂੰ ਜਿਹੜੀ ਹੈ ਲਾਹੌਰ ਰਾਜ ਦੇ ਵਿੱਚ ਸ਼ਾਮਿਲ ਕਰਨ ਦੀ ਜਿਹੜੀ ਡੇਟ ਹੈ ਉਹ 6 ਮਈ 1834 ਹੈ। ਅਤੇ ਹਰੀ ਸਿੰਘ ਨਲਵਾ ਨੂੰ ਕੀ ਹੈ ਜਿਹੜਾ ਇੱਥੇ ਸੂਬੇਦਾਰ ਬਣਾਇਆ ਜਾਂਦਾ। ਕੰਧਾਰ ਦੀ ਲੜਾਈ ਦੇ ਵਿੱਚ ਸ਼ਾਹ ਸੁਜਾ ਦੀ ਜਿਹੜੀ ਆਪਾਂ ਦੇਖਦੇ ਹਾਂ ਇਸੇ ਲੜਾਈ ਤੋਂ ਬਾਅਦ ਤੁਰੰਤ ਨਾਲ ਦੀ ਨਾਲ ਹੀ ਹੈ ਨਾ ਜਦੋਂ ਪੇਸ਼ਾਵਰ ਨੂੰ ਸ਼ਾਮਿਲ ਕੀਤਾ ਜਾਂਦਾ ਤਾਂ ਦੋਸਤ ਮੁਹੰਮਦ ਖਾਂ ਹੈ ਸ਼ਾਹ ਸੁਜਾ ਨੂੰ ਹਰਾ ਕੇ ਕਾਬਲ ਦੇ ਉੱਪਰ ਕੀ ਹੈ ਸ਼ਾਸਕ ਹੈ ਜਿਹੜਾ ਬਣ ਜਾਂਦਾ। ਅਤੇ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਜਮਰੋਦ ਦੀ ਲੜਾਈ। ਜਮਰੋਦ ਦੀ ਲੜਾਈ ਵੀ ਕਾਫੀ ਮਹੱਤਵਪੂਰਨ ਹੋ ਜਾਂਦੀ ਹੈ ਕਿਉਂਕਿ ਇਸ ਦੇ ਵਿੱਚ ਜਿਹੜੀ ਮਹੱਤਵਪੂਰਨ ਚੀਜ਼ ਕੀ ਹੈ 1837 ਦੇ ਵਿੱਚ ਆਪਾਂ ਦੇਖਦੇ ਹਾਂ ਲਗਭਗ 30 ਮਾਰਚ 1837 ਨੂੰ ਇਹ ਲੜਾਈ ਹੁੰਦੀ ਹੈ। ਗਵਰਨਰ ਪੇਸ਼ਾਵਰ ਦਾ ਉਸ ਸਮੇਂ ਹਰੀ ਸਿੰਘ ਨਲੂਆ ਸੀਗਾ ਅਤੇ ਕਾਬਲ ਦੇ ਵਿੱਚ ਦੋਸਤ ਮੁਹੰਮਦ ਖਾਂ ਦਾ ਜਿਹੜਾ ਸੀਗਾ ਸ਼ਾਸਕ ਸੀਗਾ। ਅਤੇ ਖੈਬਰ ਦਰੇ ਦੇ ਨੇੜੇ ਇਹਨਾਂ ਨੇ ਜਮਰੋਦ ਕਿਲ੍ਹੇ ਦਾ ਨਿਰਮਾਣ ਕਰਵਾਇਆ ਸੀਗਾ ਅਤੇ ਫਤਿਹਗੜ੍ਹ ਸਾਹਿਬ ਉਸ ਦਾ ਨਾਮ ਰੱਖਿਆ ਗਿਆ ਸੀਗਾ। ਅਤੇ ਜੇਕਰ ਆਪਾਂ ਦੇਖੀਏ ਕਾਬਲ ਦੀ ਸੈਨਾ ਦੇ ਜਿਹੜੇ ਸੈਨਾਪਤੀ ਸੀਗੇ ਉਹ ਸ਼ਮਸੁਦੀਨ ਅਤੇ ਅਕਬਰ ਸੀ ਮੁਹੰਮਦ ਅਕਬਰ ਸੀਗਾ। ਅਤੇ ਸਿੱਖ ਸੈਨਾ ਦੇ ਵਿੱਚ ਮਹਾਂ ਸਿੰਘ ਸੀਗਾ ਅਤੇ ਕੇਵਲ 600 ਸਿੱਖਾਂ ਨੇ ਇਸ ਲੜਾਈ ਦੇ ਵਿੱਚ। ਅਤੇ ਆਪਾਂ ਦੇਖਦੇ ਹਾਂ ਇਸ ਲੜਾਈ ਦੇ ਵਿੱਚ ਸਿੱਖ ਸੈਨਾ ਦੀ ਜਿਹੜੀ ਮੂਰਤ ਹੈ ਉਹ ਹਰੀ ਸਿੰਘ ਨਲਵਾ ਉਸ ਦੀ ਮੌਤ ਹੋ ਜਾਂਦੀ ਹੈ। ਅਤੇ ਫਿਰ ਵੀ ਸਿੱਖਾਂ ਦੁਆਰਾ ਅਫਗਾਨ ਸੈਨਾ ਦੇ ਉੱਪਰ ਜਿੱਤ ਕੀ ਹੈ ਹਾਸਲ ਕਰ ਲਈ ਜਾਂਦੀ ਹੈ। ਅਤੇ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਜਿਹੜਾ ਨਵਾਂ ਪੜਾਅ ਸ਼ੁਰੂ ਹੁੰਦਾ ਇੱਥੋਂ ਉਹ ਲਗਭਗ ਸਿੱਖ ਅਫਗਾਨ ਸੰਬੰਧ ਦੇ ਵਿੱਚ ਇੱਕ ਨਵੀਂ ਦਿਸ਼ਾ ਇੱਥੇ ਤੈਅ ਕਰਦਾ ਜਮਰੋਦ ਦੀ ਲੜਾਈ ਤੋਂ ਬਾਅਦ। ਹੁਣ ਜਿਹੜੀ ਤ੍ਰੈਪੱਖੀ ਸੰਧੀ ਦੀ ਆਪਾਂ ਗੱਲ ਕੀਤੀ ਸੀਗੀ ਸ਼ੁਰੂ ਦੇ ਵਿੱਚ ਉਹਦੇ ਉੱਪਰ ਥੋੜ੍ਹਾ ਜਿਹਾ ਫੇਰ ਚਾਨਣਾ ਮਾਰ ਲੈਂਦੇ ਹਾਂ। ਜੇਕਰ ਤੁਸੀਂ ਕਿਸੇ ਨੇ ਨੋਟਸ ਤਿਆਰ ਕਰਨਾ ਤ੍ਰੈਪੱਖੀ ਸੰਧੀ ਦਾ ਤਾਂ ਲਗਭਗ 1838 ਦੇ ਵਿੱਚ ਹੋਈ ਹੈ। ਕਿਸ ਦੇ ਖਿਲਾਫ ਦੋਸਤ ਮੁਹੰਮਦ ਖਾਂ ਦੇ। ਦੋਸਤ ਮੁਹੰਮਦ ਖਾਂ ਨੇ ਜਦੋਂ ਸਿੱਖਾਂ ਦੇ ਖਿਲਾਫ ਆਪਾਂ ਨੇ ਦੇਖਿਆ ਕਿ ਇਹ ਪੇਸ਼ਾਵਰ ਦੀ ਲੜਾਈ ਜਿਹੜੀ ਦੇਖੀ ਸੀਗੀ ਉਸ 'ਤੇ ਜਿਹੜੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਜਮਰੋਦ ਦੀ ਲੜਾਈ ਦੇ ਵਿੱਚ ਉਸਨੇ ਆਪਣਾ ਸਿੱਖਾਂ ਦਾ ਜਿਹੜਾ ਹਾਲ ਦੇਖਿਆ ਸੀਗਾ ਤਾਕਤ ਦੇਖੀ ਸੀਗੀ ਵੀ 600 ਸਿੱਖ ਸਾਡੀ ਸੈਨਾ ਨੂੰ ਕੀ ਆ ਹਰਾ ਦਿੰਦੇ ਨੇਗੇ। ਤਾਂ ਉਸਨੇ ਲਗਭਗ ਅੰਗਰੇਜ਼ਾਂ ਦੇ ਨਾਲ ਜਿਹੜੀ ਗੱਲਬਾਤ ਕਰਨ ਦੀ ਸ਼ੁਰੂ ਕੀਤੀ ਸੀਗੀ। ਪਰ ਲੇਕਿਨ ਜਿਹੜਾ ਪੇਸ਼ਾਵਰ ਦੇ ਮਸਲੇ 'ਤੇ ਫਿਰ ਜਿਹੜਾ ਦਾਅ ਪੇਚ ਚੜ੍ਹ ਗਿਆ ਸੀਗਾ। ਇਸ ਕਰਕੇ ਅੰਗਰੇਜ਼ਾਂ ਨੇ ਰਣਜੀਤ ਸਿੰਘ ਸ਼ਾਹ ਸੁਜਾ ਦੇ ਨਾਲ ਸੰਧੀ ਜਿਹੜੀ ਉਹ ਕਰ ਲਈ। ਅਤੇ ਉਸ ਦਾ ਇੱਕ ਹੋਰ ਮਹੱਤਵਪੂਰਨ ਕਾਰਨ ਕੀ ਸੀਗਾ ਬਈ ਰੂਸ ਅਤੇ ਈਰਾਨ ਦਾ ਅਫਗਾਨਿਸਤਾਨ ਵੱਲ ਵਧਣਾ। ਲਗਭਗ ਇਸ ਸੰਧੀ ਨੂੰ ਆਪਾਂ ਦੁਬਾਰਾ ਫਿਰ 26 ਜੂਨ ਨੂੰ ਇਸ ਦੇ ਦਸਤਖਤ ਹੋ ਜਾਂਦੇ ਨੇ। 27 ਜੁਲਾਈ ਨੂੰ ਲਗਭਗ 1838 ਨੂੰ ਇਸ ਨੂੰ ਮਨਜ਼ੂਰੀ ਮਿਲ ਜਾਂਦੀ ਹੈ। ਅਤੇ ਔਕਲੈਂਡ ਦੁਆਰਾ ਜਿਹੜੇ ਇਸ ਦੇ ਦਸਤਖਤ ਨੇਗੇ ਉਹ 25 ਜੁਲਾਈ ਨੂੰ ਕੀਤੇ ਜਾਂਦੇ ਆ। ਅਤੇ ਇਸ ਦੇ ਵਿੱਚ ਕੀ ਸੀਗਾ ਕਿ ਸ਼ਾਹ ਸੁਜਾ ਨੂੰ ਕੀ ਹੈ ਕਾਬਲ ਦਾ ਸ਼ਾਸਕ ਬਣਾ ਦਿੱਤਾ ਜਾਊਗਾ। ਵਿਦੇਸ਼ਾਂ ਦੇ ਨਾਲ ਉਹ ਸੰਬੰਧ ਨਹੀਂ ਰੱਖੂਗਾ ਜਦੋਂ ਤੱਕ ਰਣਜੀਤ ਸਿੰਘ ਅਤੇ ਅੰਗਰੇਜ਼ ਨਹੀਂ ਕਹਿਣਗੇ। ਸਿੰਧ ਅਤੇ ਸ਼ਿਕਾਰਪੁਰ ਜਿਹੜਾ ਹੈ ਉਹ ਛੱਡ ਦਿੱਤਾ ਜਾਵੇਗਾ ਉਸ ਦੁਆਰਾ ਜਿਸ ਦੇ ਉੱਪਰ ਸਿੱਖਾਂ ਦਾ ਸ਼ਾਸਨ ਹੈ ਜਿਹੜਾ ਸੰਬੰਧ। ਪਰ ਲੇਕਿਨ ਰੂਸ ਅਤੇ ਈਰਾਨ ਪਿੱਛੇ ਹਟ ਗਏ ਸੀਗੇ। ਪਰ ਲੇਕਿਨ ਇਹਨਾਂ ਨੇ ਕੀ ਕੀਤਾ ਜਿਹੜੇ ਸੀਗੇ ਔਕਲੈਂਡ ਨੇ ਅਤੇ ਸ਼ਾਹ ਸੁਜਾ ਨੇ ਹਮਲਾ ਜਿਹੜਾ ਕਰਤਾ ਸੀਗਾ। ਅਤੇ ਲਗਭਗ ਇੱਥੇ ਜਿਹੜਾ ਸੀਗਾ ਪਹਿਲਾ ਸਿੱਖ ਅਫਗਾਨ ਯੁੱਧ ਹੋਇਆ ਸੀਗਾ। ਅਤੇ 1839 ਦੇ ਵਿੱਚ ਆਪਾਂ ਦੇਖਦੇ ਹਾਂ ਸ਼ਾਹ ਸੁਜਾ ਫਿਰ ਜਿਹੜਾ ਅਫਗਾਨ ਦਾ ਸ਼ਾਸਕ ਬਣ ਗਿਆ ਸੀਗਾ। ਤਾਂ ਇਸ ਤਰ੍ਹਾਂ ਦੀ ਜਿਹੜੀ ਚੇਂਜ ਸੀਗੇ ਰਣਜੀਤ ਸਿੰਘ ਦੇ ਸਮੇਂ ਅਫਗਾਨਾਂ ਦੇ ਵਿੱਚ ਜਾਂ ਜਿਹੜੀ ਆ ਤੀਜੀ ਸੰਧੀ ਹੈ। ਅਤੇ ਆਪਾਂ ਇੱਕ ਹੋਰ ਚੀਜ਼ ਦੇਖਦੇ ਹਾਂ ਇਸੇ ਯੁੱਧ ਤੋਂ ਬਾਅਦ ਲਗਭਗ ਆਪਾਂ ਦੇਖਦੇ ਹਾਂ 27 ਜੂਨ 1839 ਨੂੰ ਜਿਹੜੀ ਹੈ ਰਣਜੀਤ ਸਿੰਘ ਦੀ ਮੌਤ ਹੋ ਜਾਂਦੀ ਹੈ। ਅਤੇ ਕਾਫੀ ਮਹੱਤਵਪੂਰਨ ਜਿਹੜੀ ਘਟਨਾ ਹੈ ਪੰਜਾਬ ਦੇ ਇਤਿਹਾਸ ਦੇ ਵਿੱਚ ਮੰਨੀ ਜਾਂਦੀ ਹੈ। ਹੁਣ ਅੰਗਰੇਜ਼ਾਂ ਅਤੇ ਰਣਜੀਤ ਸਿੰਘ ਦੇ ਨਾਲ ਜੋ ਵੀ ਕਾਰਵਾਈਆਂ ਜਾਂ ਕੁਛ ਮਹੱਤਵਪੂਰਨ ਫੈਕਟ ਨੇਗੇ ਜਿਹੜੇ ਆਪਾਂ ਨੂੰ ਪਤਾ ਹੋਣੇ ਚਾਹੀਦੇ ਆ ਵੀ ਸਾਡੇ ਪੇਪਰ ਦੇ ਵਿੱਚ ਕਿਤੇ ਨਾ ਕਿਤੇ ਰਿਪੀਟ ਹੋ ਸਕਦੇ ਨੇਗੇ ਉਹ ਆਪਾਂ ਨੂੰ ਪਤਾ ਹੋਣੇ ਚਾਹੀਦੇ ਆ। ਅਤੇ ਆਪਾਂ ਦੇਖਦੇ ਹਾਂ ਇਹਦੇ ਵਿੱਚ ਜੇਕਰ ਸਭ ਤੋਂ ਪਹਿਲਾਂ ਦੇਖਿਆ 1800 ਦੇ ਵਿੱਚ ਲਾਰਡ ਵੈਲਜ਼ਲੀ ਨੇ ਯੂਸਫ ਅਲੀ ਨੂੰ ਰਣਜੀਤ ਕੋਲ ਭੇਜਿਆ ਸੀਗਾ। ਅਤੇ ਉਸ ਸਮੇਂ ਇੰਨੀ ਗੱਲ ਨਹੀਂ ਸੀਗੀ ਕਿਉਂਕਿ ਉਸ ਸਮੇਂ ਜ਼ਮਾਨ ਸ਼ਾਹ ਦਾ ਜਿਹੜਾ ਅਫਗਾਨ ਦਾ ਖਤਰਾ ਸੀਗਾ ਅੰਗਰੇਜ਼ਾਂ ਨੂੰ ਕੀ ਹੈ ਸਤਾਰਿਆ ਸੀਗਾ। ਪਰ ਲੇਕਿਨ 1803 ਦੇ ਵਿੱਚ ਅੰਗਰੇਜ਼ਾਂ ਨੇ ਦਿੱਲੀ ਦੇ ਉੱਪਰ ਕਬਜ਼ਾ ਕਰ ਲਿਆ ਸੀਗਾ ਦੌਲਤ ਰਾਓ ਸਿੰਧੀਆ ਨੂੰ
ਇੱਧਰ ਭੇਜ ਦਿੱਤਾ ਸੀਗਾ। ਫਿਰ ਉਸ ਤੋਂ ਬਾਅਦ ਇੱਕ ਹੋਰ ਜਿਹੜੀ ਘਟਨਾ ਹੁੰਦੀ ਆਪਾਂ ਦੇਖਦੇ ਹਾਂ, ਜਦੋਂ ਲਾਹੌਰ ਦੇ ਉੱਪਰ ਲਗਭਗ ਤੀਜਾ ਚੌਥਾ ਹਮਲਾ ਚੱਲ ਰਿਹਾ ਸੀਗਾ, ਤਾਂ ਹੋਲਕਰ ਕੀ ਹੈ ਪੰਜਾਬ ਦੇ ਵਿੱਚ 1805 ਦੇ ਵਿੱਚ ਜਿਹੜਾ ਉਹ ਆ ਜਾਂਦਾ। ਅਤੇ ਇਸੇ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਜਨਰਲ ਲੇਕ ਜਿਹੜਾ ਸੀਗਾ ਪਿੱਛਾ ਕਰਦੇ ਹੋਏ ਉਸ ਸਮੇਂ ਪਹੁੰਚ ਗਿਆ ਸੀਗਾ। ਅਤੇ ਕਾਰਨਵਾਲਿਸ ਦੇ ਸਮੇਂ ਲਗਭਗ ਦਸੰਬਰ 1805 ਦੇ ਵਿੱਚ ਹੋਲਕਰ ਅਤੇ ਅੰਗਰੇਜ਼ਾਂ ਦੇ ਵਿਚਕਾਰ ਇੱਕ ਸੰਧੀ ਹੋਈ ਸੀਗੀ। ਅਤੇ ਉਸ ਦੇ ਵਿੱਚ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਇੱਕ ਸੰਧੀ ਹੋਈ ਸੀਗੀ ਜਿਹੜੀ ਰਣਜੀਤ ਸਿੰਘ ਅਤੇ ਆਹਲੂਵਾਲੀਆ, ਅੰਗਰੇਜ਼ਾਂ ਨੇ ਰਣਜੀਤ ਸਿੰਘ ਅਤੇ ਆਹਲੂਵਾਲੀਆ ਦੇ ਨਾਲ 1806 ਦੇ ਵਿੱਚ ਵੀ ਇੱਕ ਸੰਧੀ ਕੀਤੀ ਸੀਗੀ। ਉਸ ਦੇ ਵਿੱਚ ਕੀ ਸੀਗਾ, ਇਹਨਾਂ ਨੇ ਕੀ ਕਿਹਾ ਸੀਗਾ ਵੀ ਜਦੋਂ ਪਤਾ ਲੱਗ ਗਿਆ ਸੀਗਾ ਅੰਗਰੇਜ਼ਾਂ ਨੂੰ, 1809 ਦੀ ਤਾਂ ਬਾਅਦ 'ਚ ਹੁੰਦੀ ਹੈ, ਉਹ ਤਾਂ ਸਿਰਫ ਇਕੱਲੇ ਰਣਜੀਤ ਸਿੰਘ ਨਾਲ ਹੋਊਗੀ, ਪਰ ਲੇਕਿਨ 1806 ਦੀ ਸੰਧੀ ਦੇ ਵਿੱਚ ਆਪਾਂ ਦੇਖਦੇ ਹਾਂ ਕੀ ਕੁਝ ਹੋਇਆ ਸੀਗਾ। ਅਤੇ ਇਸ ਦੇ ਵਿੱਚ ਕੀ ਹੈ, ਰਣਜੀਤ ਸਿੰਘ ਹੋਲਕਰ ਨੂੰ ਕੀ ਹੈ ਆਪ ਦੀ ਸੀਮਾ ਦੇ ਵਿੱਚ ਕੀ ਹੈ ਉਹ ਨਹੀਂ ਕਰੂਗਾ, ਅਤੇ ਉਸ ਤੋਂ ਬਾਅਦ ਵਾਪਸੀ ਦੇ ਸਮੇਂ ਸੈਨਾ ਦੇ ਉੱਪਰ ਕੀ ਹੈ ਨੁਕਸਾਨ ਨਹੀਂ ਕਰਨਗੇ। ਹੋਲਕਰ ਦੇ ਨਾਲ ਕੋਈ ਵੀ ਸੰਬੰਧ ਕੀ ਹੈ ਰਣਜੀਤ ਸਿੰਘ ਨਹੀਂ ਰੱਖੇਗਾ, ਅਤੇ ਉਹ ਇੱਕ ਦੂਜੇ ਦੇ ਨਾਲ ਕੀ ਹੈ ਇੱਕ ਦੂਜੇ ਦੇ ਦੁਸ਼ਮਣਾਂ ਨਾਲ ਕੀ ਹੈ ਮਿੱਤਰਤਾ ਨਹੀਂ ਰੱਖਣਗੇ, ਅਤੇ ਇੱਕ ਦੂਜੇ ਦੇ ਇਲਾਕੇ ਦੇ ਵਿੱਚ ਕੀ ਹੈ ਦਖਲ ਨਹੀਂ ਦੇਣਗੇ। ਇਹ ਸੰਧੀ ਦੇ ਵਿੱਚ ਇੰਨੀਆਂ ਕੁ ਗੱਲਾਂ ਜੇਕਰ ਆਪਾਂ ਨੂੰ ਦੇਖਣ ਨੂੰ ਨਜ਼ਰ ਆਉਂਦੀਆਂ ਨੇ। ਅਤੇ ਇੱਕ ਹੋਰ ਜਿਹੜੀ ਇਸ ਸੰਧੀ ਨੂੰ 1806 ਵਾਲੀ ਸੰਧੀ ਨੂੰ ਮਿੱਤਰਤਾ ਦੀ ਸੰਧੀ ਵੀ ਕਿਹਾ ਜਾਂਦਾ ਹੈ। ਮਿੱਤਰਤਾ ਦੀ ਸੰਧੀ ਵੀ ਇਸ ਸੰਧੀ ਨੂੰ ਕਿਹਾ ਜਾਂਦਾ। ਕਈ ਵਾਰ ਪੁੱਛ ਲਿਆ ਜਾਂਦਾ ਵੀ ਮਿੱਤਰਤਾ ਦੀ ਸੰਧੀ ਕਿਹੜੀ ਸੀਗੀ, ਤਾਂ ਇਹ ਲਗਭਗ 1806 ਦੇ ਵਿੱਚ ਜਿਹੜੀ ਸੰਧੀ ਹੋਈ ਸੀਗੀ, ਇਸ ਨੂੰ ਮਿੱਤਰਤਾ ਦੀ ਸੰਧੀ ਕਿਹਾ ਜਾਂਦਾ। ਇਸ ਦੇ ਵਿੱਚ ਇਹਨਾਂ ਨੇ ਲਗਭਗ ਇਹ ਸਾਰੀਆਂ ਚੀਜ਼ਾਂ ਦੀ ਗੱਲਬਾਤ ਕੀਤੀ ਸੀਗੀ। ਉਸ ਤੋਂ ਬਾਅਦ ਮੰਨਿਆ ਜਾਂਦਾ ਹੈ ਕਿ 1809 ਦੇ ਵਿੱਚ ਜਿਹੜੀਆਂ ਸੰਧੀਆਂ ਹੋਈਆਂ ਸੀਗੀਆਂ ਹੈ ਨਾ, ਉਸ ਦੇ ਕਾਰਨ ਕੀ ਸੀਗੇ। ਜਿਹੜੀ 1809 ਦੀ ਸੰਧੀ ਹੋਈ ਸੀਗੀ ਅੰਮ੍ਰਿਤਸਰ ਵਾਲੀ, ਇੱਕ ਤਾਂ ਸੀਗਾ ਜਿਹੜਾ ਦੁਲਾਦੀ ਪਿੰਡ ਦਾ, ਜਿਹੜਾ ਆਪਾਂ ਦੇਖਦੇ ਹਾਂ ਦੁਲਾਦੀ ਪਿੰਡ ਦਾ ਜਿਹੜਾ ਝਗੜਾ ਹੋਇਆ ਸੀਗਾ ਪਟਿਆਲੇ ਦੇ ਰਾਜਾ ਸਾਹਿਬ ਸਿੰਘ ਅਤੇ ਨਾਭਾ ਦੇ ਰਾਜਾ, ਅਤੇ ਉਸ ਤੋਂ ਜੀਂਦ ਦਾ ਰਾਜਾ ਸੀਗਾ ਭਾਗ ਸਿੰਘ। ਉਹਨਾਂ ਨੇ ਲਗਭਗ ਇੰਟਰਫੇਅਰ ਕਰਨ ਦੇ ਲਈ ਕਿਹਾ ਸੀਗਾ, ਅਤੇ ਭਾਗ ਸਿੰਘ ਨੇ ਸੱਦਾ ਦਿੱਤਾ ਸੀਗਾ ਰਣਜੀਤ ਸਿੰਘ ਨੂੰ ਦੁਲਾਦੀ ਦੇ ਪਿੰਡ ਦੇ ਮਾਮਲੇ ਦੇ ਵਿੱਚ। ਇਹਨਾਂ ਨੇ ਲਗਭਗ ਉਸ ਤੋਂ ਬਾਅਦ ਇੱਕ ਹੋਰ ਜਿਹੜੀ ਕਹਾਣੀ ਹੈ ਆਪਾਂ ਨੇ ਦੇਖਿਆ ਸੀਗਾ ਕਿ 1807 ਦੇ ਵਿੱਚ ਰਾਣੀ ਆਸ ਕੌਰ ਨੇ ਕੜਾ ਖਾਂ ਤੋਪ ਦੇਣ ਦੀ ਜਿਹੜੀ ਪੇਸ਼ਕਸ਼ ਕੀਤੀ ਸੀਗੀ, ਵੀ ਉਸਦੇ ਪਤਨੀ ਦੇ ਨਾਲ ਉਸਦੇ ਪਤੀ ਦੇ ਨਾਲ ਉਸਦਾ ਝਗੜਾ ਚੱਲ ਰਿਹਾ ਸੀਗਾ। ਅਤੇ ਉਹ ਲਗਭਗ ਇਹ ਸਾਰੀਆਂ ਚੀਜ਼ਾਂ ਫਿਰ ਇਸੇ ਸਮੇਂ ਇੱਕ ਹੋਰ ਜਿਹੜੀ ਘਟਨਾ ਹੋਈ ਸੀਗੀ, ਮਾਲਵਾ ਸਰਦਾਰ ਦਾ ਅੰਗਰੇਜ਼ਾਂ ਤੋਂ ਸਹਾਇਤਾ ਲੈਣ ਦਾ ਜਿਹੜਾ ਸੀਗਾ ਕਾਰਨ ਵੀ ਕਿਤੇ ਨਾ ਕਿਤੇ ਮੰਨਿਆ ਜਾਂਦਾ ਹੈ ਕਿ 1809 ਦੀ ਸੰਧੀ ਦੇ ਵਿੱਚ ਇਸਦੇ ਕਿਤੇ ਨਾ ਕਿਤੇ ਕਾਰਨ ਸੀਗੇ ਵੀ ਮਾਲਵਾ ਦੇ ਜਿਹੜੇ ਸਰਦਾਰ ਸੀਗੇ, ਅਤੇ ਰਣਜੀਤ ਸਿੰਘ ਨੂੰ ਕਿਤੇ ਨਾ ਕਿਤੇ ਡਰ ਸੀਗਾ ਵੀ ਜੇਕਰ ਕਿਧਰੇ ਇਹ ਮਾਲਵਾ ਦੇ ਸਰਦਾਰ ਜੇਕਰ ਦਿੱਲੀ ਰੈਜ਼ੀਡੈਂਟ ਦੇ ਨਾਲ ਜ਼ਿਆਦਾ ਨੇੜੇ ਤੇੜੇ ਆ ਗਏ ਤਾਂ ਉਸਦੇ ਸ਼ਾਸਨ ਦੇ ਲਈ ਕੀ ਹੈ ਦਿੱਕਤ ਖੜੀ ਕਰ ਸਕਦੇ ਨੇਗੇ। ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜੇ ਮਲਵਈ ਸਰਦਾਰ ਸੀਗੇ ਬ੍ਰਿਟਿਸ਼ ਰੈਜ਼ੀਡੈਂਟ ਕੋਲ ਮਾਰਚ 1808 ਦੇ ਵਿੱਚ ਗਏ ਸੀਗੇ। ਜਿੱਥੇ ਤੱਕ ਦੀ ਕਹਾਣੀ ਹੈ 1808 ਦੇ ਵਿੱਚ ਜਿਹੜੇ ਮਾਲਵਾ ਦੇ ਸਰਦਾਰ ਸੀਗੇ ਜਿੰਨੇ ਵੀ ਸੀਗੇ, ਚਾਹੇ ਆਪਾਂ ਪਟਿਆਲੇ ਦੇ ਫੁਲਕੀਆਂ ਮਿਸਲ ਦੀ ਗੱਲ ਕਰੀਏ, ਹੋਰ ਜਿਹੜੇ ਵੱਡੇ ਵੱਡੇ ਸੀਗੇ, ਇਹਨਾਂ ਨੇ ਜਿਹੜੀ ਮੁਲਾਕਾਤ ਕੀਤੀ ਸੀ ਸੈਂਟਨ ਦੇ ਨਾਲ। ਸੈਂਟਨ ਉਸ ਸਮੇਂ ਦਿੱਲੀ ਦਾ ਰੈਜ਼ੀਡੈਂਟ ਸੀਗਾ, ਅਤੇ ਇਸ ਦੇ ਨਾਲ ਜਿਹੜੀ ਸੀਗੀ ਗੱਲਬਾਤ ਕੀਤੀ ਸੀਗੀ। ਹੁਣ ਉਸ ਤੋਂ ਬਾਅਦ ਲਗਭਗ 1808 ਦੇ ਵਿੱਚ ਮੈਟਕਾਫ ਮੈਟਕਾਫ ਮਿਸ਼ਨ ਦੇ ਨਾਲ ਇੱਕ ਚੀਜ਼ ਹੋਰ ਮਸ਼ਹੂਰ ਹੈ ਪੰਜਾਬ ਦੇ ਵਿੱਚ, ਕਾਫੀ ਮਹੱਤਵਪੂਰਨ ਘਟਨਾ ਹੈ ਮੈਟਕਾਫ ਮਿਸ਼ਨ ਵਾਲੀ, ਇਹਦੇ ਬਾਰੇ ਵੀ ਆਪਾਂ ਨੂੰ ਜਾਣ ਲੈਣਾ ਚਾਹੀਦਾ ਹੈ। ਅਤੇ ਲਗਭਗ ਨੈਪੋਲੀਅਨ ਨੇ 1807-08 ਦੇ ਵਿੱਚ ਈਰਾਨ ਅਤੇ ਰੂਸ ਦੇ ਨਾਲ ਕੀ ਸੀਗਾ ਜਿਹੜੇ ਸੀਗੇ ਸੰਬੰਧ ਬਣਾ ਲਏ ਸੀਗੇ ਮੈਟਕਾਫ। ਹੁਣ ਰੂਸ ਨੇ ਟਿਲਸਿਟ ਦੀ ਜਿਹੜੀ ਸੰਧੀ ਕਰ ਲਈ ਸੀਗੀ ਨੈਪੋਲੀਅਨ ਦੇ ਨਾਲ। ਇਸੇ ਨਾਲ ਕੀ ਸੀਗਾ ਉਸ ਸਮੇਂ ਜੇਕਰ ਆਪਾਂ ਦੇਖੀਏ ਤਾਂ ਭਾਰਤ ਦਾ ਜਿਹੜਾ ਗਵਰਨਰ ਚੱਲ ਰਿਹਾ ਸੀਗਾ ਉਹ ਸੀਗਾ ਲਾਰਡ ਮਿੰਟੋ, ਅਤੇ ਮੈਟਕਾਫ 25 ਸਤੰਬਰ ਨੂੰ ਕਸੂਰ ਦੇ ਵਿਖੇ ਰਣਜੀਤ ਸਿੰਘ ਦੇ ਕੋਲ ਮਿੰਟੋ ਦੇ ਕਹਿਣ 'ਤੇ ਆਇਆ ਸੀਗਾ। ਹੁਣ ਮੈਟਕਾਫ ਕਦੋਂ ਆਇਆ ਸੀਗਾ 12 ਸਤੰਬਰ, ਇਹਦੀ ਡੇਟ ਤਾਂ ਲਗਭਗ ਦੇਖੋ ਪੁੱਛੀ ਨਹੀਂ ਜਾਂਦੀ, ਪਰ ਫਿਰ ਵੀ ਨੋਟਸ ਦੇ ਤੌਰ 'ਤੇ ਆਪਾਂ ਨੂੰ ਥੋੜ੍ਹਾ ਬਹੁਤਾ ਧਿਆਨ ਵੀ ਹੋਣਾ ਚਾਹੀਦਾ। 1808 ਦੇ ਵਿੱਚ ਮੈਟਕਾਫ ਰਣਜੀਤ ਸਿੰਘ ਨੂੰ ਕਸੂਰ ਵਿਖੇ ਮਿਲਿਆ ਸੀਗਾ। ਪਰ ਲੇਕਿਨ ਇੰਨੀ ਕਿ ਜਿਹੜੀ ਗੱਲਬਾਤ ਹੈ ਹਾਲੇ ਉਹ ਕਰੀ ਨਹੀਂ ਸੀਗੀ। ਫਿਰ ਰਣਜੀਤ ਸਿੰਘ ਨੇ ਪਟਿਆਲੇ ਦੇ ਰਾਜਾ ਨਾਲ ਭਾਈਚਾਰਕ ਜਿਹੜੀ ਸੀਗੀ ਪੱਗ ਵੀ ਵਟਾਈ ਸੀਗੀ। ਹੁਣ ਇੱਥੇ ਇੱਕ ਹੋਰ ਜਿਹੜੀ ਘਟਨਾ ਹੁੰਦੀ ਹੈ ਕਿ ਜਿਹੜਾ ਪਟਿਆਲੇ ਦਾ ਰਾਜਾ ਹੈ ਉਸਦੇ ਨਾਲ ਭਾਈਚਾਰਕ ਸੰਧੀ ਕੀਤੀ ਅਤੇ ਪੱਗ ਵੀ ਰਣਜੀਤ ਸਿੰਘ ਨੇ ਇੱਥੇ ਵਟਾਈ ਸੀਗੀ। ਹੁਣ 1809 ਦੇ ਵਿੱਚ ਕੀ ਹੋਇਆ, ਟਰਕੀ ਅਤੇ ਈਰਾਨ ਦੇ ਨਾਲ ਅੰਗਰੇਜ਼ਾਂ ਨੇ ਟਰਕੀ ਅਤੇ ਈਰਾਨ ਦੇ ਨਾਲ ਕੀ ਹੈ ਸੰਬੰਧ ਜਿਹੜੇ ਸੀਗੇ ਬਣਾ ਲਏ ਸੀਗੇ। ਉਸ ਤੋਂ ਬਾਅਦ
ਇਸ ਤੋਂ ਬਾਅਦ ਆਪਾਂ ਦੇਖਦੇ ਹਾਂ 1809 ਦੇ ਵਿੱਚ ਅੰਗਰੇਜ਼ਾਂ ਵੱਲੋਂ ਇੱਕ ਇਤਲਾਹਨਾਮਾ ਜਿਹੜਾ ਸੀਗਾ ਜਾਰੀ ਕੀਤਾ ਗਿਆ ਸੀਗਾ। ਇਹ ਸਾਰੀਆਂ ਘਟਨਾਵਾਂ ਮਹੱਤਵਪੂਰਨ ਕਿਉਂ ਨੇਗੇ? ਇਹਦੇ ਪਿੱਛੇ ਇੱਕ ਸੋਹਣੀ ਜਿਹੀ ਘਟਨਾ ਜਿਹਦਾ ਆਪਾਂ ਜ਼ਿਕਰ ਮੈਟਕਾਫ ਵਾਲਾ। ਮੈਟਕਾਫ ਕਿਉਂ ਆਇਆ ਸੀਗਾ? ਕਿਉਂਕਿ ਉਸ ਸਮੇਂ ਜਿਹੜੀ ਘਟਨਾ ਸੀਗੀ, ਨੈਪੋਲੀਅਨ ਕਾਫੀ ਜਿਹੜਾ ਸੀਗਾ ਹਾਵੀ ਸੀਗਾ ਯੂਰਪ ਦੇ ਵਿੱਚ, ਅਤੇ ਅੰਗਰੇਜ਼ਾਂ ਨੂੰ ਡਰ ਸੀਗਾ ਵੀ ਕਿਤੇ ਇਹ, ਕਿਉਂਕਿ ਰੂਸ ਦੇ ਜਿਹੜੇ ਜ਼ਾਰ ਦੇ ਨਾਲ ਉਸ ਦੀ ਸੰਧੀ ਵੀ ਹੋ ਗਈ ਸੀਗੀ। ਹੁਣ ਇੱਥੇ ਕਈ ਵਾਰ ਪੁੱਛਿਆ ਜਾ ਸਕਦਾ ਹੈ ਟਿਲਸਿਟ ਦੀ ਜਿਹੜੀ ਸੰਧੀ ਹੈ ਉਹ ਕਿਉਂ ਹੋਈ ਸੀਗੀ, ਕਦੋਂ? ਕਿਉਂਕਿ ਇਹ ਰਣਜੀਤ ਸਿੰਘ ਦੇ ਸਮੇਂ ਜਿਹੜੀ ਹੋਈ ਸੀਗੀ, ਲਗਭਗ ਉਸੇ ਸਮੇਂ 1809 ਦੇ ਨੇੜੇ ਤੇੜੇ ਆਪਾਂ ਦੇਖਦੇ ਹਾਂ ਕਿ 1807 ਦੇ ਵਿੱਚ ਜਿਹੜੀ ਹੈ ਸੰਧੀ, ਜੁਲਾਈ 1807 ਦੇ ਵਿੱਚ, ਜੁਲਾਈ 1807 ਦੇ ਵਿੱਚ ਇਹ ਜਿਹੜੀ ਹੈ ਸੰਧੀ ਇਹ ਜ਼ਾਰ ਦੇ ਨਾਲ ਨੈਪੋਲੀਅਨ ਨੇ ਕੀਤੀ ਸੀਗੀ। ਅੰਗਰੇਜ਼ਾਂ ਨੂੰ ਡਰ ਸੀਗਾ। ਹੁਣ ਮੈਟਕਾਫ ਜਦੋਂ ਆਉਂਦਾ ਹੈ ਤਾਂ ਪਰ ਲੇਕਿਨ ਰਣਜੀਤ ਸਿੰਘ ਉਸ ਦੇ ਨਾਲ ਇੰਨੀ ਗੱਲਬਾਤ ਨਹੀਂ ਕਰਦਾ, ਅਤੇ ਜਿਹੜੇ ਉਸਦੇ ਰਣਜੀਤ ਸਿੰਘ ਦੇ ਜਿਹੜੇ ਸਹਾਇਕ ਹੁੰਦੇ ਨੇ ਉਸ ਕਹਿੰਦੇ ਨੇ ਵੀ ਜੇਕਰ ਤੈਨੇ ਗੱਲ ਕਰਨੀ ਹੈ ਤਾਂ ਤੂੰ ਇਸ ਦੇ ਨਾਲ ਸਾਡੇ ਪਿੱਛੇ ਪਿੱਛੇ ਆ। ਤਾਂ ਮੈਟਕਾਫ ਕੀ ਸੀਗਾ ਇੱਥੇ, ਇਹ ਮੈਟਕਾਫ ਨੇ ਇੱਥੇ ਇਸ ਨੂੰ ਆਪਣੀ ਬੇਇੱਜ਼ਤੀ ਸਮਝਿਆ ਅਤੇ ਕਿਤੇ ਇਹਨੇ ਜਿਹੜੀ ਸੀਗੀ ਗੱਲਬਾਤ ਨਹੀਂ ਕਰ ਪਾਇਆ। ਹੁਣ ਜਦੋਂ ਰਣਜੀਤ ਸਿੰਘ ਨੇ ਸਤਲੁਜ ਦੇ ਪਾਰ ਦੀ ਜਿਹੜੀ ਤੀਜੀ ਮੁਹਿੰਮ ਸ਼ੁਰੂ ਕੀਤੀ ਸੀਗੀ, ਲਗਭਗ ਆਪਾਂ ਦੇਖਦੇ ਹਾਂ 26 ਸਤੰਬਰ 1808 ਦੇ ਵਿੱਚ, ਹੈ ਨਾ। ਇਸ ਤੋਂ ਪਹਿਲਾਂ ਉਹ 2 ਵਾਰੀ ਕਰ ਚੁੱਕਿਆ ਸੀਗਾ। ਇੱਕ ਤਾਂ ਦੁਲਾਦੀ ਪਿੰਡ ਦੇ ਮਾਮਲੇ ਦੇ ਵਿੱਚ, ਇੱਕ ਜਿਹੜਾ ਰਾਣੀ ਆਸ ਕੌਰ ਦੇ ਕਹਿਣ 'ਤੇ। ਹੁਣ ਜਿਹੜੀ ਤੀਜੀ ਮੁਹਿੰਮ ਸੀਗੀ ਉਸਨੇ ਬੜੀ ਤੇਜ਼ੀ ਦੇ ਨਾਲ ਜਿਹੜਾ ਸੀਗਾ ਹਮਲਾ ਕੀਤਾ ਸੀਗਾ, ਅਤੇ ਮੈਟਕਾਫ ਵੀ ਉਸ ਦੇ ਨਾਲ ਸੀਗਾ ਲਗਭਗ 40 ਕਿਲੋਮੀਟਰ ਤੱਕ। ਪਹਿਲਾਂ ਉਹਨੇ ਫਰੀਦਕੋਟ, ਮਲੇਰਕੋਟਲਾ, ਅੰਬਾਲਾ, ਸ਼ਾਹਬਾਦ, ਇਹ ਲਗਭਗ ਸਾਰੇ ਇੱਥੋਂ ਕਰਕੇ ਉਹ ਜਿੱਤ ਲਏ ਸੀਗੇ। ਹੁਣ ਜਿੱਤੇ ਇਲਾਕਿਆਂ ਦੇ ਵਿੱਚ ਆਪਣਾ ਹਿੱਸਾ ਪ੍ਰਾਪਤ ਕੀਤਾ ਸੀਗਾ, ਅਤੇ ਇਸੇ ਕਰਕੇ ਪਟਿਆਲੇ ਦੇ ਜਿਹੜੇ ਰਾਜੇ ਨੇ, ਹੈ ਨਾ, ਇਹ ਇਸੇ ਚੀਜ਼ ਤੋਂ ਡਰ ਕੇ ਪਟਿਆਲੇ ਦੇ ਰਾਜੇ ਨੇ ਕੀ ਕੀਤਾ ਸੀਗਾ, ਰਣਜੀਤ ਸਿੰਘ ਦੇ ਨਾਲ ਕੀ ਸੀਗੀ, ਜਿਹੜੀ ਸੀਗੀ ਪੱਗ ਵਟਾਈ ਸੀਗੀ। ਹੁਣ ਉੱਥੇ ਜਿਹੜਾ ਕਾਫੀ ਹੁਣ ਅੰਗਰੇਜ਼ਾਂ ਨੂੰ ਇਸ ਚੀਜ਼ ਦਾ ਡਰ ਹੋ ਗਿਆ ਸੀਗਾ ਵੀ ਇਹ ਤਾਂ ਲਗਭਗ ਬੜੇ ਤੇਜ਼ੀ ਤਰੀਕੇ ਦੇ ਨਾਲ ਕੀ ਕਰ ਰਿਹਾ ਹੈਗਾ। ਹੁਣ ਉਸੇ ਤਰ੍ਹਾਂ ਮੈਟਕਾਫ ਨੇ ਜਿਹੜਾ ਸੀਗਾ ਦੂਜੀ ਵਾਰੀ ਫੇਰ ਇਹਨਾਂ ਦੇ ਨਾਲ ਜਿਹੜੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਪਰ ਲੇਕਿਨ ਕੀ ਹੋਇਆ, ਜਦੋਂ ਦੁਬਾਰਾ ਕੋਸ਼ਿਸ਼ ਕੀਤੀ ਗਈ ਸੀਗੀ ਮੈਟਕਾਫ ਦੁਆਰਾ, ਪਰ ਜਿਹੜਾ ਨੈਪੋਲੀਅਨ ਦਾ ਖਤਰਾ ਸੀਗਾ ਹਟ ਗਿਆ ਸੀਗਾ। ਕਿਉਂਕਿ ਸਪੇਨ ਦੇ ਵਿੱਚ ਨੈਪੋਲੀਅਨ ਦੇ ਵਿਰੁੱਧ ਕੀ ਸੀਗਾ, 1808 ਦੇ ਵਿੱਚ 1808 ਦੇ ਵਿੱਚ ਨੈਪੋਲੀਅਨ ਦੇ ਵਿਰੁੱਧ ਜਿਹੜਾ ਵਿਦਰੋਹ ਸੀਗਾ ਸਪੇਨ ਦੇ ਵਿੱਚ ਉੱਠ ਗਿਆ ਸੀਗਾ, ਅਤੇ ਉਸ ਦਾ ਫਾਇਦਾ ਕਿਤੇ ਨਾ ਕਿਤੇ ਅੰਗਰੇਜ਼ਾਂ ਨੂੰ ਹੋ ਗਿਆ, ਕਿਉਂਕਿ ਉਹਨਾਂ ਦੇ ਉੱਪਰ ਜਿਹੜਾ ਸੀਗਾ ਫਰਾਂਸੀਸੀ ਹਮਲਾ ਹੋਣ ਵਾਲਾ ਸੀਗਾ, ਉਸ ਨੂੰ ਉਹ ਖਤਰਾ ਜਿਹੜਾ ਟਲਦਾ ਰਿਹਾ। ਇਸੇ ਕਰਕੇ ਫਿਰ ਕੀ ਸੀਗਾ, ਅੰਗਰੇਜ਼ਾਂ ਨੂੰ ਰਣਜੀਤ ਸਿੰਘ ਦੀ ਲੋੜ ਨਹੀਂ ਰਹੀ, ਅਤੇ ਮੈਟਕਾਫ ਨੇ ਗਵਰਨਰ ਜਨਰਲ ਨੂੰ ਕਿਹਾ ਕਿ ਰਣਜੀਤ ਸਿੰਘ ਅੰਗਰੇਜ਼ਾਂ ਦਾ ਪ੍ਰਸਤਾਵ ਮੰਨਣ ਦੇ ਲਈ ਕੀ ਹੈ, ਤਿਆਰ ਨਹੀਂ ਹੈ, ਅਤੇ ਉਹ ਸੈਨਿਕ ਤਿਆਰੀਆਂ ਕਰ ਰਿਹਾ ਹੈ। ਅਤੇ ਇਸੇ ਸੰਦਰਭ ਦੇ ਵਿੱਚ ਜਿਹੜਾ ਸੀਗਾ ਜਨਰਲ ਮਿੰਟੋ ਹੈ ਉਸਨੇ ਡੇਵਿਡ ਅਖਤਰਨੋਲੀ ਦੀ ਅਗਵਾਈ ਦੇ ਹੇਠ, ਹੈ ਨਾ। ਹੁਣ ਇੱਥੇ ਕਈ ਵਾਰ ਪੁੱਛ ਲਿਆ ਜਾਂਦਾ ਹੈ ਵੀ ਜਿਹੜੀ ਸੈਨਾ ਆਈ ਸੀਗੀ ਡੇਵਿਡ ਅਖਤਰਨੋਲੀ ਦੀ ਅਗਵਾਈ ਦੇ ਵਿੱਚ ਸੈਨਾ ਸੀਗੀ ਪਟਿਆਲਾ ਨਾਭਾ ਜਿੰਨ ਤੋਂ ਹੁੰਦੀ ਹੋਈ ਲਗਭਗ ਲੁਧਿਆਣੇ ਆ ਪਹੁੰਚੀ ਸੀਗੀ 1809 ਦੇ ਵਿੱਚ। 1809 ਦੇ ਵਿੱਚ ਜਦੋਂ ਆਈ ਤਾਂ ਹੁਣ ਇੱਥੇ ਕੀ ਹੋਇਆ, ਉਹਨਾਂ ਨੇ ਇੱਕ ਇਤਲਾਹਨਾਮਾ ਜਾਰੀ ਕੀਤਾ। ਇਹਦੇ ਵਿੱਚ ਕਿਹਾ ਕਿ ਰਣਜੀਤ ਸਿੰਘ ਹੁਣ ਕੀ ਹੈ, ਸਤਲੁਜ ਪਾਰ ਦੇ ਇਲਾਕਿਆਂ ਤੋਂ ਕੀ ਹੈ ਆਪਣੀ ਸੈਨਾ ਕੀ ਹੈ ਹਟਾ ਲੈਣੀ ਚਾਹੀਦੀ ਹੈ। ਪਰ ਲੇਕਿਨ ਉਹ ਅੰਗਰੇਜ਼ਾਂ ਦੇ ਨਾਲ ਦੁਸ਼ਮਣੀ ਨਹੀਂ ਲੈਣਾ ਚਾਹੁੰਦਾ, ਮਿੱਤਰਤਾ ਨਹੀਂ ਚਾਹੁੰਦਾ ਸੀਗਾ, ਅਤੇ ਦੁਸ਼ਮਣੀ ਲੈਣ 'ਤੇ ਕੀ ਸੀਗਾ ਤੁਲਿਆ ਹੋਇਆ ਸੀਗਾ। ਅਤੇ ਉਸ ਤੋਂ ਬਾਅਦ ਇੱਕ ਹੋਰ ਜਿਹੜਾ ਇੱਥੇ ਵਿਚਾਰ ਆਉਂਦਾ ਹੈ, ਆਪਾਂ ਦੇਖਦੇ ਹਾਂ ਕਾਫੀ ਹੁਣ ਆਪਾਂ ਦੇਖਦੇ ਹਾਂ ਲਗਭਗ ਜਦੋਂ ਮੈਟਕਾਫ ਹੁਣ ਤੀਜਾ ਮਿਸ਼ਨ ਹੈ ਨਾ, ਤੀਜੀ ਵਾਰ ਕੀ ਹੈ ਮੈਟਕਾਫ ਉਸ ਦੇ ਨਾਲ ਗੱਲ ਕਰਨ ਆਉਂਦਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਨਾਲ। ਹੁਣ ਤੀਜੀ ਉਸ ਦੇ ਵਿੱਚ ਲਗਭਗ ਇਹ ਇਤਲਾਹਨਾਮੇ ਦੇ ਵਿੱਚ ਕੀ ਕਿਹਾ ਗਿਆ ਸੀਗਾ ਵੀ ਜਿਹੜਾ ਸਤਲੁਜ ਪਾਰ ਦੇ ਇਲਾਕਿਆਂ ਤੋਂ ਰਣਜੀਤ ਸਿੰਘ ਆਪ ਦੀ ਕੀ ਹੈ ਸੈਨਾ ਹਟਾ ਲਵੇ। ਤਾਂ ਫਿਰ ਲਗਭਗ ਹੁਣ ਰਣਜੀਤ ਸਿੰਘ ਦੀ ਇਹ ਤਾਂ ਰਣਜੀਤ ਸਿੰਘ ਦੀ ਸੋਚ ਇਹ ਦੱਸ ਸਕਦੀ ਹੈ। ਬਾਕੀ ਵੱਖ-ਵੱਖ ਵਿਚਾਰਕਾਂ ਦੁਆਰਾ, ਵੱਖ-ਵੱਖ ਇਤਿਹਾਸਕਾਰਾਂ ਦੁਆਰਾ ਕੁਝ ਵਿਚਾਰ ਦਿੱਤੇ ਗਏ ਨੇ ਕਿ ਉਸ ਦੀ ਆਪ ਦੀ ਜਿਹੜੀ ਹੈ ਤੀਖਣ ਬੁੱਧੀ ਦਾ ਪ੍ਰਯੋਗ ਕਰਕੇ ਜਾਂ ਆਪ ਦੇ ਸ਼ਾਸਨ ਪ੍ਰਬੰਧ ਦੇ ਉੱਪਰ ਅੰਗਰੇਜ਼ਾਂ ਦਾ ਜਿਹੜਾ ਹੈ ਸ਼ਾਸਨ ਨਾ ਦੇਖਣ ਕਰਕੇ ਵੀ ਜਿਉਂਦੇ ਜੀ ਜਾਂ ਰਣਜੀਤ ਦੇ ਸਮੇਂ ਜਾਂ ਰਣਜੀਤ ਸਿੰਘ ਨੇ ਇਹ ਦੇਖ ਲਿਆ ਹੋਣਾ ਕਿ ਅੰਗਰੇਜ਼ਾਂ ਦੀ ਤਾਕਤ ਕੀ ਹੈ, ਵੀ ਉਸ ਦੇ ਨਾਲੋਂ ਜਾਂ ਉਸ ਦੀ ਸੈਨਾ ਕੀ ਹੈ ਉਸ ਸਮੇਂ ਮੁਕਾਬਲਾ ਕਰਨ ਦੇ, ਜਾਂ ਕੁਛ ਹੋਰ ਜਿੰਨੇ ਵੀ ਹੈਗੇ ਨੇਗੇ ਵੱਖ-ਵੱਖ ਇਤਿਹਾਸਕਾਰਾਂ ਦੁਆਰਾ ਜਿਹੜੇ ਵਿਚਾਰ ਦਿੱਤੇ ਗਏ ਨੇਗੇ ਵੀ ਕਿਤੇ ਨਾ ਕਿਤੇ ਰਣਜੀਤ ਸਿੰਘ ਸੀਗਾ ਸੰਧੀ ਦੇ ਲਈ ਮੰਨ ਗਿਆ ਸੀਗਾ। ਹੁਣ ਇਹ ਸੰਧੀ ਦੇ ਵਿੱਚ ਕੀ ਕੁਛ ਕਿਹਾ ਗਿਆ ਸੀਗਾ ਕਾਫੀ ਮਹੱਤਵਪੂਰਨ ਨੇਗੇ।
ਹੁਣ ਇਹ ਸੰਧੀ ਦੀ ਕਈ ਵਾਰ ਡੇਟ ਜਿਹੜੀ ਪੁੱਛੀ ਜਾਂਦੀ ਹੈ। ਇੱਕ ਤਾਂ 1806 ਦੇ ਵਿੱਚ ਜਿਹੜੀ ਮਿੱਤਰਤਾ ਦੀ ਸੰਧੀ ਜਦੋਂ ਆਊਗੀ ਤਾਂ ਉਸ ਦਾ ਆਨਸਰ ਕੀ ਹੋਊਗਾ 1806। ਇਹ ਫਤਿਹ ਸਿੰਘ ਆਹਲੂਵਾਲੀਆ ਤੇ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਵਿੱਚ ਹੋਈ ਸੀਗੀ। ਪਰ ਲੇਕਿਨ ਜਿਹੜੀ ਇਹ ਅੰਮ੍ਰਿਤਸਰ ਦੀ ਸੰਧੀ ਹੈ ਇਹ 1820 ਅਪ੍ਰੈਲ 1809 ਨੂੰ 20 ਅਪ੍ਰੈਲ 1809 ਨੂੰ ਹੁੰਦੀ ਹੈ। ਇਸ ਦੇ ਵਿੱਚ ਕੁਛ ਜਿਹੜੀਆਂ ਸੀਗੀਆਂ ਸਥਾਈ ਦੋਸਤੀ ਇੱਥੇ ਕਹੀ ਗਈ ਸੀਗੀ। ਸਥਾਈ ਦੋਸਤੀ ਸੀ ਲਾਹੌਰ ਦੀ ਜਨਤਾ ਦੇ ਨਾਲ ਅੰਗਰੇਜ਼ਾਂ ਦਾ ਕੋਈ ਸੰਬੰਧ ਨਹੀਂ ਹੈਗਾ। ਮਹਾਰਾਜਾ ਖੱਬੇ ਕੰਢੇ 'ਤੇ ਲਗਭਗ ਜਿਹੜਾ ਪੂਰਬ ਦੇ ਵੱਲ ਹੈ, ਸਤਲੁਜ ਦੇ ਪੂਰਬ ਤੋਂ ਵੱਲ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਦਖਲਅੰਦਾਜ਼ੀ ਇਹ ਨਹੀਂ ਕਰੇਗਾ। ਉਸ ਤੋਂ ਬਾਅਦ ਧਾਰਾਵਾਂ ਦੀ ਉਲੰਘਣਾ ਕਰਨਾ, ਮਿੱਤਰਤਾ ਦੀ ਉਲੰਘਣਾ ਹੋਵੇਗੀ। ਉਸ ਤੋਂ ਬਾਅਦ ਰਣਜੀਤ ਸਿੰਘ ਅਤੇ ਮੈਟਕਾਫ ਨੇ ਦਸਤਖਤ ਕੀਤੇ ਸੀਗੇ। ਹੁਣ ਇੱਥੇ ਕਾਫੀ ਮਹੱਤਵਪੂਰਨ ਜਿਹੜੀ ਹੋ ਜਾਂਦੀ ਹੈ ਵੀ ਸੰਧੀ ਦੇ ਉੱਪਰ ਦਸਤਖਤ ਕਿਹਦੇ ਹੋਏ ਸੀਗੇ, ਰਣਜੀਤ ਸਿੰਘ ਦੇ ਅਤੇ ਮੈਟਕਾਫ ਦੇ ਜਿਹੜੇ ਸੀਗੇ ਦਸਤਖਤ ਹੋਏ ਸੀਗੇ। ਅਤੇ ਲਗਭਗ 25 ਅਪ੍ਰੈਲ 1809 ਨੂੰ ਜਿਹੜੀ ਸੀਗੀ ਇਹ ਦਸਤਖਤ ਹੋਏ ਸੀਗੇ। ਅਤੇ ਆਪਾਂ ਦੇਖਦੇ ਹਾਂ ਵੀ ਸੰਧੀ 25 ਅਪ੍ਰੈਲ ਇੱਥੇ ਕਰ ਲੈਣਾ ਚਾਹੀਦਾ, 25 ਅਪ੍ਰੈਲ 1809 ਨੂੰ, ਠੀਕ ਹੈ, ਸੰਧੀ ਹੋਈ ਸੀਗੀ। ਉਸ ਤੋਂ ਬਾਅਦ ਪ੍ਰਭਾਵ ਸੀਗੇ ਰਾਜਨੀਤਿਕ, ਇਹਦਾ ਪਤਾ ਹੀ ਹੈ। ਮਾਲਵਾ ਰਿਆਸਤਾਂ ਦੀ ਅਣਹੋਂਦ ਸੀਗੀ, ਹੈ ਨਾ, ਜਿਹੜੀ ਹੋਂਦ ਸੀਗੀ ਬਚੀ ਰਹੀ ਸੀਗੀ। ਜਾਂ ਆਪਾਂ ਕਹਿੰਦੇ ਹਾਂ ਫੁਲਕੀਆ ਮਿਸਲ ਹੈ ਜਿਹੜੀ, ਹੈ ਨਾ, ਫੁਲਕੀਆ ਮਿਸਲ ਹੈ ਉਹ ਫਿਰ ਕੀ ਹੈ ਖਾਲਸਾ ਸ਼ਾਸਨ ਦੇ ਵਿੱਚ ਆਉਣ ਤੋਂ ਬਚ ਗਈ ਸੀਗੀ। ਫਿਰ ਆਪਾਂ ਦੇਖਦੇ ਹਾਂ ਅੰਗਰੇਜ਼ਾਂ ਦਾ ਲਾਹੌਰ ਦੇ ਨੇੜੇ ਆ ਗਏ ਸੀਗੇ। ਅੰਗਰੇਜ਼ਾਂ ਦਾ ਲਗਭਗ ਰਾਜ ਦਾ ਜਿਹੜਾ ਵਿਸਥਾਰ ਹੈ, ਜਾਂ ਆਪਾਂ ਕਹਿ ਦਈਏ ਕਿਤੇ ਨਾ ਕਿਤੇ ਜਿਹੜੇ ਐਂਗਲੋ ਸਿੱਖ ਯੁੱਧ ਹੋਏ ਸੀਗੇ 1845 ਵਾਲੇ ਜਿਹੜੇ ਐਂਗਲੋ ਸਿੱਖ ਯੁੱਧ ਹੋਏ ਸੀਗੇ, ਉਸ ਦਾ ਰਾਹ ਵੀ ਕਿਤੇ ਨਾ ਕਿਤੇ ਇਹ ਸੰਧੀ ਨੇ ਖੋਲ੍ਹ ਦਿੱਤਾ ਸੀਗਾ। ਕਿਉਂਕਿ ਅੰਗਰੇਜ਼ਾਂ ਦਾ ਲਾਹੌਰ ਦੇ ਨੇੜੇ ਆਉਣਾ ਸਿੱਖਾਂ ਨੂੰ ਤੰਗ ਕਰਨ ਵਾਲੀਆਂ ਚੀਜ਼ਾਂ ਦੇ ਨੇੜੇ ਆਉਣਾ ਸੀਗਾ। ਹੁਣ ਇੱਥੇ ਇੱਕ ਹੋਰ ਜਿਹੜੀ ਮਹੱਤਵਪੂਰਨ ਘਟਨਾ ਹੈ ਸੰਧੀ ਤੋਂ ਬਾਅਦ ਹੁੰਦੀ ਹੈ, ਉਹ ਹੈਗਾ ਨੇਪਾਲ ਦੇ ਵਿਰੁੱਧ ਹੇਸਟਿੰਗਜ਼। ਹੁਣ ਲਗਭਗ ਆਪਾਂ ਦੇਖਦੇ ਹਾਂ 1814-15 ਦੇ ਵਿੱਚ ਹੇਸਟਿੰਗਜ਼ ਕੀ ਸੀਗਾ, ਭਾਰਤ ਦਾ ਗਵਰਨਰ ਜਨਰਲ ਸੀਗਾ। ਹੁਣ ਇੱਥੇ ਜਿਹੜੀ ਹੈ ਜਿਹੜੀ ਕਹਾਣੀ ਬਣਦੀ ਹੈ, ਕੀ ਕਹਿੰਦੇ ਨੇਗੇ ਇਹ ਵੀ ਜਿਹੜਾ 1814-15 ਦੇ ਵਿੱਚ ਹੇਸਟਿੰਗਜ਼ ਸੀਗਾ ਉਸਨੇ ਨੇਪਾਲ ਦੇ ਵਿਰੁੱਧ ਜਿਹੜਾ ਸੀਗਾ ਯੁੱਧ ਦਾ ਐਲਾਨ ਕਰਤਾ ਸੀਗਾ। ਗੋਰਖਿਆਂ ਨੇ ਫਿਰ ਕੀ ਸੀਗੀ ਰਣਜੀਤ ਸਿੰਘ ਤੋਂ ਮਦਦ ਮੰਗਣ ਦੀ ਕੋਸ਼ਿਸ਼ ਕੀਤੀ ਸੀਗੀ, ਪਰ ਲੇਕਿਨ ਫਿਰ ਇੱਥੇ ਹੈ ਨਾ ਇੱਥੇ ਮਨਾ ਕਰਤਾ ਸੀਗਾ। ਉਸ ਤੋਂ ਬਾਅਦ ਹੇਸਟਿੰਗਜ਼ ਨੇ ਪੇਸ਼ਵਾ ਹੋਲਕਰ ਭੋਸਲਾ ਮਰਾਠਾ ਅਤੇ ਉਹਨਾਂ ਦੇ ਪਠਾਨ ਭੰਡਾਰੀਆਂ ਦੇ ਸਾਥੀਆਂ ਵਿਰੁੱਧ ਯੁੱਧ ਕਰਨਾ ਪਿਆ। ਤਾਂ ਵੀ ਮਹਾਰਾਜੇ ਨੇ ਇਹਨਾਂ ਖਤਰਨਾਕ ਦੁਸ਼ਮਣਾਂ ਦਾ ਕੋਈ ਸਹਾਇਤਾ ਜਿਹੜੀ ਹੈ ਨਾ ਕੀਤੀ। ਅਤੇ ਪਰ ਲੇਕਿਨ ਇੱਥੇ ਮੰਨ ਲਿਆ ਜਾਂਦਾ ਹੈ ਕਿ ਰਣਜੀਤ ਸਿੰਘ ਦੀ ਸੋਚ 'ਤੇ ਇੱਥੇ ਕਈ ਵਾਰ ਜਿਹੜੀ ਸ਼ੰਕਾ ਜ਼ਾਹਿਰ ਕੀਤੀ ਜਾਂਦੀ ਹੈ ਵੀ ਉਹ ਅੰਗਰੇਜ਼ਾਂ ਤੋਂ ਜਿਹੜਾ ਅੰਗਰੇਜ਼ਾਂ ਦੀਆਂ ਨੀਤੀਆਂ ਤੋਂ ਇਹਨਾਂ ਪਿੱਛੇ ਕਿਉਂ ਹਟ ਗਿਆ ਸੀਗਾ। ਇੱਥੇ ਵੱਖ-ਵੱਖ ਵਿਚਾਰਕਾਂ ਦੁਆਰਾ ਫਿਰ ਇਸੇ ਸਮੇਂ ਇੱਕ ਹੋਰ ਜਿਹੜਾ ਪ੍ਰਸ਼ਨ ਹੈ ਉੱਠਦਾ ਉਹ ਵੰਦਨੀ ਦਾ, ਹੈ ਨਾ, ਵੰਦਨੀ ਦਾ ਕਈ ਵਾਰ ਪ੍ਰਸ਼ਨ ਉੱਠ ਜਾਂਦਾ। ਇੱਥੋਂ ਦਾ ਇੱਕ ਹੋਰ ਹੈ ਵਦਨੀ, ਹੈ ਨਾ, ਵਦਨੀ ਪਿੰਡ ਦਾ ਜਿਹੜਾ ਇਹ 'ਤੇ ਕਈ ਵਾਰ ਨਾ ਇਹਦਾ ਜਿਹੜਾ ਪੁੱਛ ਲਿਆ ਜਾਂਦਾ ਵੀ ਇਹਦਾ ਜ਼ਿਮੀਂਦਾਰ ਕੌਣ ਸੀਗਾ, ਕਿਹਦਾ ਇਲਾਕਾ ਸੀਗਾ, ਤਾਂ ਨੋਦਾ ਸਿੰਘ ਜ਼ਿਮੀਂਦਾਰ ਸੀਗਾ, ਮੀਆਂ ਨੋਦਾ ਸਿੰਘ ਇਹ ਵਦਨੀ ਪਿੰਡ ਦਾ ਸੀਗਾ, ਠੀਕ ਹੈ। ਇਸ ਦਾ ਅਧਿਕਾਰ ਸੀਗਾ ਵਦਨੀ ਪਿੰਡ ਦੇ ਉੱਪਰ। ਉਸ ਤੋਂ ਬਾਅਦ ਇਹਦੀ ਸੱਸ ਰਾਣੀ ਸਦਾ ਕੌਰ ਦੀ ਸਹਾਇਤਾ ਨਾਲ ਵੰਦਨੀ ਨੂੰ ਵੀ ਜਿੱਤ ਲਿਆ ਸੀਗਾ। ਫਿਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਜਿਹੜਾ ਸੀਗਾ ਫਿਰ ਆਪਾਂ ਦੇਖਦੇ ਹਾਂ ਕਿ ਸਦਾ ਕੌਰ ਨੇ ਲਗਭਗ ਸਦਾ ਕੌਰ ਦੀ ਮੌਤ ਦੇ ਨਾਲ ਹੀ ਵਦਨੀ ਨੂੰ ਰਣਜੀਤ ਸਿੰਘ ਨੇ ਆਪਣੇ ਰਾਜ ਦੇ ਵਿੱਚ ਸ਼ਾਮਿਲ ਕਰ ਲਿਆ ਸੀਗਾ 1822 ਦੇ ਵਿੱਚ। ਉਸ ਤੋਂ ਬਾਅਦ ਆਪਾਂ 1827 ਦੇ ਵਿੱਚ ਦੇਖਦੇ ਹਾਂ ਭਾਰਤ ਜਿਹੜਾ ਗਵਰਨਰ ਜਨਰਲ ਹੈ ਉਹ ਲਾਰਡ ਐਮਹਰਟ ਬਣਿਆ ਸੀਗਾ। ਅਤੇ ਇਸੇ ਕਰਕੇ ਸੀਗਾ ਮੋਤੀ ਦੀਵਾਨ ਚੰਦ ਹੈ ਜਿਹੜਾ, ਹੈ ਨਾ, ਉਹ ਤੋਹਫੇ ਲੈ ਕੇ ਆਇਆ ਸੀਗਾ ਅਤੇ ਸ਼ਿਮਲਾ ਗਿਆ ਸੀਗਾ। ਇੰਗਲੈਂਡ ਦੇ ਜਿਹੜੇ ਵਾਸਰ ਸੀਗਾ ਉਸ ਸਮੇਂ ਜੇਕਰ ਆਪਾਂ ਦੇਖੀਏ ਜਾਰਜ ਚੌਥਾ ਜਿਹੜਾ ਸੀਗਾ ਚੱਲ ਰਿਹਾ ਸੀਗਾ। ਹੁਣ ਸਿੰਧ ਦੇ ਪ੍ਰਸ਼ਨ 'ਤੇ ਵੀ ਕਈ ਵਾਰ ਪ੍ਰਸ਼ਨ ਇੱਥੇ ਪੁੱਛ ਲਿਆ ਜਾਂਦਾ ਹੈ ਨਾ। ਅਤੇ ਅਮੀਰਾਂ ਦਾ ਸੀਗਾ ਉਸ ਸਮੇਂ ਸਿੰਧ ਦੇ ਉੱਪਰ ਰਾਜ ਸੀਗਾ। ਇਸ ਦੀ ਵੀ ਥੋੜ੍ਹੀ ਬਹੁਤੀ ਚਰਚਾ ਰਣਜੀਤ ਸਿੰਘ ਦੇ ਸਮੇਂ ਹੋਈ ਹੈ। ਹੁਣ 1831 ਦੇ ਵਿੱਚ ਵਿਲੀਅਮ ਬੈਂਟਿੰਕ ਹੈ ਜਿਹੜਾ ਗਵਰਨਰ ਬਣਿਆ ਸੀਗਾ। ਅਤੇ ਇਸੇ ਨੇ 1831 ਦੇ ਵਿੱਚ ਰਣਜੀਤ ਸਿੰਘ ਦੇ ਸਮੇਂ ਹੁਣ ਇੱਥੇ ਕਈ ਵਾਰ ਪੁੱਛ ਲਿਆ ਜਾਂਦਾ ਵੀ ਕਿਹੜਾ ਗਵਰਨਰ ਸੀਗਾ ਜਿਹੜਾ ਰਣਜੀਤ ਸਿੰਘ ਨੂੰ ਮਿਲਣ ਆਇਆ ਸੀਗਾ। ਉਸ ਤੋਂ ਪਹਿਲਾਂ ਦੇਖੋ ਕੋਈ ਗਵਰਨਰ ਮਿਲਣ ਨਹੀਂ ਆਇਆ ਸੀਗਾ। ਵਿਲੀਅਮ ਬੈਂਟਿੰਕ ਹੈ ਜਿਹੜਾ ਵਿਲੀਅਮ ਬੈਂਟਿੰਕ ਇੱਕੋ ਇੱਕ ਗਵਰਨਰ ਸੀਗਾ ਜਿਹੜਾ ਰਣਜੀਤ ਸਿੰਘ ਨੂੰ ਮਿਲਣ ਆਇਆ ਸੀਗਾ। ਅਤੇ ਕਈ ਵਾਰ ਪ੍ਰਸ਼ਨ ਇੱਥੋਂ ਹੀ ਬਣ ਸਕਦਾ ਵੀ ਕਿਸ ਗਵਰਨਰ ਨੇ ਰਣਜੀਤ ਸਿੰਘ ਦੇ ਨਾਲ ਕਿਸੇ ਕੀ ਮੁਲਾਕਾਤ ਕੀਤੀ। ਹੁਣ ਸਿੰਧ ਦੇ ਮਸਲੇ 'ਤੇ ਕੀ ਹੋਇਆ ਸੀਗਾ, ਸਿਰਫ ਕੀ ਸੀਗਾ ਸਿੰਧ ਨੂੰ ਜਿੱਤਣ ਤੋਂ ਰੋਕਣ ਦੇ ਲਈ ਅੰਗਰੇਜ਼ਾਂ ਨੇ ਕੀ ਸੀਗਾ ਮਹਾਰਾਜਾ ਰਣਜੀਤ ਸਿੰਘ ਨੂੰ ਫਸਲਾਇਆ ਸੀਗਾ। ਅਤੇ ਵਿਲੀਅਮ ਬੈਂਟਿੰਕ ਨੇ ਦੇਖੋ ਇੱਥੇ ਰਣਜੀਤ ਸਿੰਘ ਦੇ ਨਾਲ ਮੁਲਾਕਾਤ ਕਰਕੇ
ਪਰ ਉਹਨੇ ਕੀ ਕੀਤਾ, ਜਿਹੜਾ ਪੋਂਟਿੰਗਰ ਸੀਗਾ, ਪੋਟਿੰਗਰ ਇਸ ਦਾ ਕਰਨਲ ਸੀਗਾ, ਵਿਲੀਅਮ ਬੈਂਟਿਕ ਦਾ, ਇਸ ਨੇ ਸਿੰਧ ਦੇ ਅਮੀਰਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਜਿਹੜਾ ਸੀਗਾ ਭੇਜ ਦਿੱਤਾ ਸੀਗਾ। ਹੁਣ ਉੱਥੇ ਕੀ ਹੈ, ਵਪਾਰਿਕ ਸੰਧੀ ਕਰ ਲਈ, ਅਤੇ ਸਿੰਧ ਦੀ ਜਿਹੜੀ ਵਪਾਰਕ ਸੰਧੀ ਹੁੰਦੀ ਹੈ, ਅਤੇ ਲਗਭਗ 1832 ਦੇ ਵਿੱਚ ਹੈਦਰਾਬਾਦ ਦੇ ਅਮੀਰਾਂ ਦੇ ਨਾਲ ਕੀ ਹੈ, ਵੱਖਰੇ ਵੱਖਰੇ ਜਿਹੜੇ ਸੀਗੇ ਸਮਝੌਤੇ ਉਹ ਕਰਨ ਦੇ ਵਿੱਚ ਸਫਲ ਹੋ ਗਿਆ ਸੀਗਾ। ਉਸ ਦੇ ਨਾਲ ਕੀ ਹੋਇਆ, ਸਿੰਧ ਦਰਿਆ ਅਤੇ ਸੜਕਾਂ ਦਾ ਜਿਹੜਾ ਸੀਗਾ ਹਿੰਦੁਸਤਾਨ ਵਪਾਰੀਆਂ ਦੇ ਲਈ ਖੋਲ੍ਹਣ ਦੀ ਜਿਹੜੀ ਸੰਧੀ ਹੈ, ਵਪਾਰਕ ਸੰਧੀ, ਉਸ ਨੂੰ ਕਿਹਾ ਜਾਂਦਾ ਹੈ। ਉਸੇ ਤੋਂ ਬਾਅਦ ਲਗਭਗ ਕੁਛ ਦਿਨਾਂ ਬਾਅਦ ਸ਼ਿਕਾਰਪੁਰ ਦਾ ਜਿਹੜਾ ਮਸਲਾ ਹੈ, ਲਗਭਗ 1836 ਦੇ ਵਿੱਚ ਸਾਹਮਣੇ ਆਉਂਦਾ ਹੈ। ਸ਼ਿਕਾਰਪੁਰ ਦਾ ਜਿਹੜਾ ਮਸਲਾ ਹੈ 1836 ਦੇ ਵਿੱਚ, ਦੇਖੋ ਇਹ ਮਸਲੇ ਥੋੜ੍ਹੇ ਜਿਹੇ, ਇਹ ਤਾਂ ਨਹੀਂ ਹੈਗਾ ਵੀ ਪੇਪਰ ਦੇ ਵਿੱਚ ਹੁਣ ਪਤਾ ਆਪਾਂ ਇਹ ਕਨਫਰਮ ਨਹੀਂ ਕਰ ਸਕਦੇ ਕਿ ਪ੍ਰਸ਼ਨ ਇੱਥੋਂ ਨਹੀਂ ਪੁੱਛਿਆ ਜਾ ਸਕਦਾ, ਕਿਉਂਕਿ ਕਾਫੀ ਮਹੱਤਵਪੂਰਨ ਹਾਈਲਾਈਟਡ ਜਿਹੜੇ ਇਹ ਹੈਗੇ ਨੇਗੇ। ਹੁਣ ਸ਼ਿਕਾਰਪੁਰ ਨੂੰ ਲਗਭਗ ਕਿਹਾ ਜਾਂਦਾ ਸਿੰਧ ਦੀ ਜਿਹੜੀ ਹੈ ਕੁੰਜੀ ਕਿਹਾ ਜਾਂਦਾ ਸੀਗਾ। ਇਹ ਪ੍ਰਸ਼ਨ ਕਈ ਵਾਰ ਪੁੱਛ ਲਿਆ ਜਾਂਦਾ, ਸ਼ਿਕਾਰਪੁਰ ਨੂੰ ਕਈ ਵਾਰ ਦੇਖਿਆ ਜਾਂਦਾ ਵੀ ਸਿੰਧ ਦੀ ਜਿਹੜੀ ਹੈ ਕੁੰਜੀ ਇਸ ਨੂੰ ਕਿਹਾ ਸੀਗਾ ਮਹਾਰਾਜਾ ਨੇ, ਹੈ ਨਾ, ਮਹਾਰਾਜਾ ਨੇ ਕਿਹਾ ਸੀਗਾ ਵੀ ਸ਼ਿਕਾਰਪੁਰ ਕੀ ਹੈ, ਸਿੰਧ ਦੀ ਕੁੰਜੀ ਹੈ। ਇਸ 'ਤੇ ਅਧਿਕਾਰ ਕਰਨ ਦਾ ਲਗਭਗ ਕਿਹਾ ਸੀਗਾ, ਪਰ ਇਹਦਾ ਜਿਹੜਾ ਕੀ ਸੀਗਾ, ਇਹ ਦर्रा ਬੋਲਾਨ ਦੇ ਰਸਤੇ ਦੇ ਵਿੱਚ ਇਹ ਆਉਂਦਾ ਸੀਗਾ, ਹੈ ਨਾ, ਬੋਲਾਨ ਜਿਹੜਾ ਦर्रा ਹੈ ਉਸ ਦੇ ਨੇੜੇ ਤੇੜੇ ਇਹ ਆਉਂਦਾ ਸੀਗਾ। ਹੁਣ ਇਸ ਦਾ ਵੀ ਕਾਫੀ ਮਤਲਬ ਦੇਖਿਆ ਸੀਗਾ ਆਪਾਂ ਨੇ 1834 ਦੇ ਵਿੱਚ ਮਜਾਰੀ ਕਬੀਲੇ ਜੋ ਕਿ ਸਿੰਧ ਦੇ ਅਮੀਰਾਂ ਦੇ ਅਧੀਨ ਸੀਗੀ, ਕਾਫੀ ਸਾਰੀਆਂ ਮੁਹਿੰਮਾਂ ਇੱਥੇ ਭੇਜੀਆਂ ਸੀਗੀਆਂ। ਫਿਰ ਪਰ ਲੇਕਿਨ ਹੈ ਨਾ, ਇੱਥੇ ਆਪਾਂ ਦੇਖਦੇ ਹਾਂ ਵੀ ਹਰੇਕ ਮਸਲੇ ਦੇ ਉੱਪਰ ਉਸ ਨੂੰ ਆਪਣੇ ਕਿਤੇ ਨਾ ਕਿਤੇ ਪੈਰ ਪਿੱਛੇ ਰੱਖਣੇ ਪਏ ਨੇਗੇ। ਉਸ ਤੋਂ ਬਾਅਦ ਦੇਖਦੇ ਹਾਂ ਮਰਰੇ ਨੇ ਫਿਰੋਜ਼ਪੁਰ ਨੂੰ, ਹੈ ਨਾ। ਹੁਣ ਸਿੰਧ ਨੂੰ ਤਾਂ ਕੀ ਕਿਹਾ ਸੀਗਾ, ਜਿਹੜੀ ਕੁੰਜੀ ਹੈਗੀ ਹੈ ਸ਼ਿਕਾਰਪੁਰ ਸਿੰਧ ਦੀ ਕੁੰਜੀ ਹੈਗੀ ਹੈ, ਅਤੇ ਮਰਰੇ ਨੇ ਕੀ ਕਿਹਾ ਸੀਗਾ, ਫਿਰੋਜ਼ਪੁਰ ਭਾਰਤ ਦੀ ਕੁੰਜੀ ਹੈ ਨਾ। ਇਹ ਵੀ ਕਾਫੀ ਮਹੱਤਵਪੂਰਨ ਪ੍ਰਸ਼ਨ ਹੈ। ਉਸ ਤੋਂ ਬਾਅਦ 1836 ਦੇ ਵਿੱਚ ਆਪਾਂ ਦੇਖਦੇ ਹਾਂ ਗਵਰਨਰ ਜਨਰਲ ਕੀ ਹੈ, ਆਕਲੈਂਡ ਬਣਿਆ ਸੀਗਾ, ਅਤੇ ਉਸ ਤੋਂ ਬਾਅਦ ਕਾਫੀ ਜਿਹੜਾ ਚੇਂਜਸ ਆਪਾਂ ਨੂੰ ਦੇਖਣ ਨੂੰ ਮਿਲਦਾ ਭਾਰਤੀ ਇਤਿਹਾਸ ਦੇ ਵਿੱਚ ਜਾਂ ਰਣਜੀਤ ਸਿੰਘ ਦੇ। ਦੇਖੋ ਜਿਹੜਾ ਫਿਰੋਜ਼ਪੁਰ ਦਾ ਮਸਲਾ ਹੈ ਉਸ ਦੇ ਵਿੱਚ ਕੀ ਗੱਲ ਕਹੀ ਜਾਂਦੀ ਹੈ, ਫਿਰੋਜ਼ਪੁਰ ਵਾਲੇ ਮਸਲੇ ਦੇ ਵਿੱਚ ਵੀ 1835 ਦੇ ਵਿੱਚ ਅੰਗਰੇਜ਼ਾਂ ਨੇ ਫਿਰੋਜ਼ਪੁਰ ਦੇ ਉੱਪਰ ਕੀ ਸੀਗਾ, ਕਬਜ਼ਾ ਕਰ ਲਿਆ ਸੀਗਾ, ਅਤੇ ਆਪ ਦੀ ਛਾਉਣੀ ਕੀ ਹੈ ਇੱਥੇ 1838 ਦੇ ਵਿੱਚ ਛਾਉਣੀ ਵੀ ਸਥਾਪਿਤ ਕਰ ਲਈ ਸੀਗੀ। ਪਰ ਲੇਕਿਨ ਮਹਾਰਾਜੇ ਦੀ ਘਬਰਾਹਟ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਅੰਗਰੇਜ਼ਾਂ ਨੇ ਫਿਰੋਜ਼ਪੁਰ 'ਤੇ ਕਬਜ਼ਾ ਕਰ ਲਿਆ ਤਾਂ ਕਸੂਰ ਦੇ ਵਿੱਚ ਵੀ ਕੀ ਹੈ ਛਾਉਣੀ ਬਣਾਉਣ ਦਾ ਉਹ ਯਤਨ ਕਰ ਰਹੇ ਸੀਗੇ। ਠੀਕ ਹੈ, ਕਸੂਰ ਦੇ ਵਿੱਚ ਵੀ ਉਹਨਾਂ ਨੇ ਜਿਹੜੀ ਸੀਗੀ ਆਪਦੀ ਛਾਉਣੀ ਬਣਾਉਣੀ ਸ਼ੁਰੂ ਕਰਤੀ ਸੀਗੀ। ਹੁਣ ਕਈ ਵਾਰ ਪੁੱਛ ਲਿਆ ਜਾਂਦਾ ਕਿ ਫਿਰੋਜ਼ਪੁਰ ਦੀ ਛਾਉਣੀ ਕਿਸ ਨੇ ਸਥਾਪਿਤ ਕੀਤੀ ਸੀਗੀ, ਤਾਂ ਅੰਗਰੇਜ਼ਾਂ ਦੁਆਰਾ 1838 ਦੇ ਵਿੱਚ ਫਿਰੋਜ਼ਪੁਰ ਛਾਉਣੀ ਦਾ ਜਿਹੜਾ ਨਿਰਮਾਣ ਕੀਤਾ ਗਿਆ ਸੀਗਾ। ਹੁਣ ਤ੍ਰੈਪੱਖੀ ਸੰਧੀ ਜਿਹੜੀ ਹੁੰਦੀ ਹੈ ਆਪਾਂ ਨੇ ਦੇਖਿਆ ਸੀਗਾ ਲਗਭਗ, ਹੈ ਨਾ, ਕਾਫੀ ਮਹੱਤਵਪੂਰਨ ਹੈ। ਅਤੇ ਇਸ ਤੋਂ ਬਾਅਦ ਹੁਣ ਇੱਥੇ ਇੱਕ ਹੋਰ ਜਿਹੜੀ ਚੀਜ਼ ਹੈ ਕਾਫੀ ਮਹੱਤਵਪੂਰਨ ਸਟੇਟਮੈਂਟ ਹੈ ਰਣਜੀਤ ਸਿੰਘ ਦੀ, ਉਹ ਆਪਾਂ ਨੂੰ ਹੋਣੀ ਚਾਹੀਦੀ ਹੈ, ਸਭ ਲਾਲ ਹੋ ਜਾਏਗਾ, ਸਭ ਲਾਲ ਹੋ ਜਾਏਗਾ। ਇਹ ਸਟੇਟਮੈਂਟ ਤੋਂ ਕੀ ਲਿਆ ਜਾਂਦਾ ਹੈ ਵੀ ਇਹ ਰਣਜੀਤ ਸਿੰਘ ਨੇ ਕੀ ਕਿਹਾ ਸੀਗਾ ਵੀ ਅੰਗਰੇਜ਼ ਕੀ ਹੈ ਪੂਰੇ ਭਾਰਤ ਦੇ ਉੱਪਰ ਕੀ ਹੈ, ਹਰੇਕ ਭਾਗ ਦੇ ਉੱਪਰ ਅੰਗਰੇਜ਼ੀ ਜਾਂ ਫਰੰਗੀ ਕੀ ਹੈ ਇਹ ਸ਼ਾਸਨ ਕਰਨਗੇ, ਭਾਵ ਹਰੇਕ। ਇਸ ਕਰਕੇ ਉਹਨਾਂ ਨੇ ਕਿਤੇ ਨਾ ਕਿਤੇ ਅੰਗਰੇਜ਼ਾਂ ਦੇ ਨਾਲ ਮਿੱਤਰਤਾ ਦੀ ਜਿਹੜੀ ਹੈ ਸੰਬੰਧ ਸਥਾਪਿਤ ਕਰਨ ਦੇ ਜਾਂ ਅੰਗਰੇਜ਼ਾਂ ਦੇ ਵਿਰੁੱਧ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਸੀਗੀ, ਜਾਂ ਕਿਤੇ ਨਾ ਕਿਤੇ ਆਪਾਂ ਦੇਖਦੇ ਹਾਂ ਵੀ ਉਸ ਸਮੇਂ ਤੱਕ ਕਾਫੀ ਜਿਹੜੀ ਉਮਰ ਸੀਗੀ ਰਣਜੀਤ ਸਿੰਘ ਦੀ ਹੋ ਗਈ ਸੀਗੀ। ਅਤੇ ਉਸ ਤੋਂ ਬਾਅਦ ਦੇਖਦੇ ਹਾਂ 27 ਜੂਨ ਨੂੰ ਉਹਨਾਂ ਦਾ 27 ਜੂਨ 1839 ਨੂੰ ਦੇਹਾਂਤ ਵੀ ਹੋ ਜਾਂਦਾ ਹੈ। ਅਤੇ ਕਾਫੀ ਕੁਛ ਮੰਨਦੇ ਨੇ ਕਿ ਆਪ ਦੀ ਜਿਹੜੀ ਬਜ਼ੁਰਗ ਦੀ ਉਮਰ ਦੇ ਵਿੱਚ ਉਹ ਸੋਚ ਰਿਹਾ ਸੀਗਾ ਕਿ ਮੈਂ ਆਪਣੇ ਅੰਤਲੇ ਦਿਨਾਂ ਦੇ ਵਿੱਚ ਕੀ ਹੈ ਆਪਣੇ ਪ੍ਰਸ਼ਾਸਨ ਨੂੰ ਜਾਂ ਆਪਣੇ ਰਾਜ ਨੂੰ ਜਿਹੜਾ ਕਿ ਖਤਮ ਹੁੰਦਾ ਨਾ ਦੇਖਾਂ। ਕੁਛ ਇਤਿਹਾਸਕਾਰਾਂ ਦੁਆਰਾ ਇਹ ਜਿਹੜੀ ਸਟੇਟਮੈਂਟ ਹੈ ਇਹ ਵੀ ਦਿੱਤੀ। ਅਗਲਾ ਜਿਹੜਾ ਪ੍ਰਸ਼ਨ ਬਣਦਾ ਹੈ ਰਣਜੀਤ ਸਿੰਘ ਦੇ ਸ਼ਾਸਨ ਪ੍ਰਬੰਧ ਦੇ ਉੱਪਰ ਕਿ ਕੁਛ ਸੀਗਾ ਜਿਹੜਾ ਮਸ਼ਹੂਰ ਸੀਗਾ, ਖਾਲਸਾ ਸਰਵ ਉੱਚ ਸ਼ਕਤੀ ਜਿਹੜੀ ਮੰਨੀ ਜਾਂਦੀ ਸੀਗੀ। ਆਪ ਨੇ ਇਹਨਾਂ ਨੇ ਸਿੰਘ ਸਾਹਿਬ ਦੀ ਜਿਹੜੀ ਉਪਾਧੀ ਧਾਰਨ ਕੀਤੀ ਸੀਗੀ, ਜਾਂ ਸਰਕਾਰ ਇਹ ਵਾਲਾ ਦੀ ਜਿਹੜੀ ਉਪਾਧੀ ਸੀਗੀ ਧਾਰਨ ਕੀਤੀ ਸੀਗੀ, ਆਪਾਂ ਦੇਖਦੇ ਹਾਂ ਲਗਭਗ। ਉਸ ਤੋਂ ਬਾਅਦ ਨਾਨਕ ਸ਼ਾਹੀ ਜਾਂ ਗੋਬਿੰਦ ਸ਼ਾਹੀ ਜਿਹੜੇ ਸਿੱਕੇ ਚਲਾਏ ਸੀਗੇ। ਇੱਕ ਬਾਗ ਦਾ ਜਿਹੜਾ ਨਿਰਮਾਣ ਵੀ ਕਰਵਾਇਆ ਸੀਗਾ ਜਿਸ ਨੂੰ ਰਾਮ ਬਾਗ ਕਿਹਾ ਜਾਂਦਾ ਹੈ। ਅਤੇ ਸੈਨਿਕ ਦਸਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਗਭਗ ਸੈਨਿਕ ਦਸਤਿਆਂ ਦੇ ਕੋਲ ਇਹਨਾਂ ਨੂੰ ਰੱਖਣ ਦੀ ਜਿਹੜੀ ਹੈ ਸਲਾਹ ਦਿੱਤੀ ਸੀਗੀ। ਉਸ ਤੋਂ ਬਾਅਦ ਧਰਮ ਨਿਰਪੱਖ ਪਦਵੀ 'ਤੇ ਜਿਹੜਾ ਸੀਗਾ ਧਰਮ ਨਿਰਪੱਖਤਾ ਜਿਹੜੀ ਲਗਭਗ ਇਹਨਾਂ ਨੇ ਅਪਣਾਈ ਸੀਗੀ। ਉਸ ਤੋਂ ਬਾਅਦ ਜਵਾਲਾਮੁਖੀ ਅਤੇ ਹਰਿਦੁਆਰ ਦੀ ਵੀ ਇਹਨਾਂ ਨੇ ਯਾਤਰਾ ਕੀਤੀ ਸੀਗੀ। ਜਵਾਲਾਮੁਖੀ ਅਤੇ ਹਰਿਦੁਆਰ, ਹੁਣ ਇੱਥੇ ਕਈ ਵਾਰ ਪ੍ਰਸ਼ਨ ਇਹ ਪੁੱਛ ਲਿਆ ਜਾਂਦਾ ਵੀ ਕਿਤੇ ਕਿਤੇ ਇਹਨਾਂ ਨੇ ਦਾਨ ਦਿੱਤਾ ਸੀਗਾ, ਲਗਭਗ ਇੱਥੇ ਵੀ ਦਾਨ ਦਿੱਤਾ ਸੀਗਾ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਅੰਮ੍ਰਿਤਸਰ ਦੇ ਵਿੱਚ, ਭਾਵ ਤਿੰਨੋਂ ਧਰਮਾਂ ਨੂੰ ਇਹਨਾਂ ਨੇ ਕੀ ਸੀਗਾ ਦਾਨ ਦਿੱਤਾ ਸੀਗਾ। ਉਸ ਤੋਂ ਬਾਅਦ ਮੁਸਲਮਾਨ ਦੇ ਤਾਜ਼ੀਆਂ ਜਿਹੜੇ ਕੱਢਦੇ ਸੀਗੇ ਉਹਨਾਂ ਨੇ ਕੋਈ ਇਹੋ ਜਿਹਾ ਟੈਕਸ ਵਗੈਰਾ 'ਤੇ ਨਹੀਂ ਲਗਾਇਆ ਸੀਗਾ।
ਉਸ ਤੋਂ ਬਾਅਦ ਸੁਨਹਿਰੀ ਮਸਜਿਦ ਹੈ ਜਿਹੜੀ ਲਾਹੌਰ ਦੀ, ਸੁਨਹਿਰੀ ਮਸਜਿਦ ਲਾਹੌਰ ਦੀ, ਇਹ ਮੁਸਲਮਾਨਾਂ ਨੂੰ ਜਿਹੜੀ ਸੀਗੀ ਰਣਜੀਤ ਸਿੰਘ ਦੁਆਰਾ ਦਿੱਤੀ ਗਈ ਸੀਗੀ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਰਣਜੀਤ ਸਿੰਘ ਦੀ ਲਗਭਗ ਮੋਹਰਾਂ ਅਤੇ ਗੁਲਬਹਾਰ ਨਾਮ ਦੀਆਂ ਜਿਹੜੀਆਂ ਇਸਤਰੀਆਂ ਸੀਗੀਆਂ ਉਹ ਪਤਨੀਆਂ ਵੀ ਰਹੀਆਂ ਨੇ। ਅਤੇ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਉਹਨਾਂ ਨੇ ਰੋਕਾਂ ਅਤੇ ਸੰਤੁਲਨ ਦਾ ਜਿਹੜਾ ਸਿਧਾਂਤ ਹੈ ਪ੍ਰਸ਼ਾਸਨ ਦੇ ਉੱਪਰ ਲਗਾਇਆ ਸੀਗਾ। ਭਾਵ ਸੰਤੁਲਿਤ ਕੁਛ ਰੋਕਾਂ ਲਗਾ ਕੇ ਸੰਤੁਲਨ ਤਰੀਕੇ ਨਾਲ ਖੁਦ ਨੂੰ ਲਗਭਗ ਇਹਨਾਂ ਨੇ ਕਿਹਾ ਸੀਗਾ ਆਪਣੇ ਆਪ ਨੂੰ ਰਣਜੀਤ ਸਿੰਘ ਖੁਦ ਨੂੰ ਖਾਲਸਾ ਦਾ ਕੀ ਹੈ ਢੋਲ ਕਹਿੰਦਾ ਸੀਗਾ। ਜਿਹੜਾ ਲਗਭਗ ਆਪਾਂ ਪ੍ਰਧਾਨ ਮੰਤਰੀ ਦੇਖਦੇ ਹਾਂ ਡੋਗਰਾ ਰਾਜਾ ਧਿਆਨ ਸਿੰਘ ਸੀਗਾ, ਅਤੇ ਵਿਦੇਸ਼ ਮੰਤਰੀ ਫਕੀਰ ਅਜੀਜ਼ੁਦੀਨ ਸੀਗਾ, ਵਿੱਤ ਮੰਤਰੀ ਭਵਾਨੀ ਦਾਸ ਸੀਗਾ, ਸਦਰ ਜੋੜੀ ਵਾਲਾ ਖੁਸ਼ਹਾਲ ਸਿੰਘ ਜਾਂ ਖੁਸ਼ਹਾਲ ਜਮਾਦਾਰ ਸਿੰਘ ਸੀਗਾ, ਅਤੇ ਦਫ਼ਤਰ ਅਬਾਵਾਲ ਇਹ ਲਗਭਗ ਸਾਰੇ ਆਮਦਨ ਦੀ ਜਿਹੜੀ ਰਾਜ ਸੀਗੀ। ਦਫ਼ਤਰ ਮਾਲ ਜ਼ਮੀਂਦਾਰਾਂ ਦਾ ਲਗਾਨ ਸੀਗਾ। ਦਫ਼ਤਰ ਸ਼ਰਾਤ ਚੁੰਗੀ ਜਾਂ ਕਰ ਲੈਣ, ਅਤੇ ਦਫ਼ਤਰ ਵਜ਼ਾਰਤ ਅਫੀਮ ਭੰਗ ਜਾਂ ਆਪਾਂ ਕਹਿ ਦਈਏ ਵਜ਼ਾਰਤ ਜਿਹੜਾ ਸੀਗਾ ਨਸ਼ਿਆਂ ਦੇ ਜਿਹੜੇ ਪਾਊਡਰ ਸੀਗੇ ਉਹਨਾਂ ਦੇ ਉੱਪਰ ਜਿਹੜਾ ਕਰ ਲੱਗਣ ਵਾਲਾ ਸੀਗਾ। ਉਸ ਤੋਂ ਬਾਅਦ ਨਜ਼ਰਾਨਾ ਵਿਦੇਸ਼ੀਆਂ ਦੇ ਉੱਪਰ ਲਗਾਇਆ ਜਾਂਦਾ ਸੀਗਾ। ਉਸ ਤੋਂ ਬਾਅਦ ਅਬਵਾਬ ਉਲ ਤਹਵੀਲ ਇਹ ਸੀਗਾ ਪਰਗਨੇ ਦਾ ਖਜ਼ਾਨਾ, ਅਬਵਾਬ ਉਲ ਤਹਵੀਲ ਇਹ ਸੀਗਾ ਪਰਗਨੇ ਦਾ ਖਜ਼ਾਨਾ। ਉਸ ਤੋਂ ਬਾਅਦ ਅਖਰਾਜਾਤ ਸੀਗੀ, ਜਿਹੜਾ ਅਖਰਾਜਾਤ ਇੱਕ ਖਰਚ ਹੁੰਦਾ ਸੀਗਾ। ਉਸ ਤੋਂ ਬਾਅਦ ਮੁਹਾਵਜ਼ ਇਹ ਆਮਦਨ ਸੀਗੀ, ਠੀਕ ਹੈ, ਆਮਦਨ ਦਾ ਜਿਹੜਾ ਵਿਭਾਗ ਸੀਗਾ ਉਸ ਨੂੰ ਕੀ ਕਿਹਾ ਜਾਂਦਾ ਸੀਗਾ, ਮੁਹਾਵਜ਼ ਕਿਹਾ ਜਾਂਦਾ ਸੀਗਾ। ਅਤੇ ਉਸ ਤੋਂ ਬਾਅਦ ਆਪਾਂ ਨੂੰ ਪਤਾ ਹੈ ਮਦਦ ਖਰਚ ਜਿਹੜੀ ਲਗਭਗ ਸਹਾਇਤਾ ਦੇ ਲਈ, ਅਤੇ ਰੋਜ਼ਾਨਾ ਮਚਾ ਹਰ ਰੋਜ਼ ਦਾ ਜਿਹੜਾ ਖਰਚ ਸੀਗਾ। ਤੋਸ਼ਾਖਾਨਾ ਵੱਡਮੁੱਲੀਆਂ ਵਸਤੂਆਂ ਦਾ ਜਿਹੜਾ ਸੀਗਾ ਸਟੋਰ ਸੀਗਾ ਉਸ ਨੂੰ ਕਿਹਾ ਜਾਂਦਾ ਸੀਗਾ। ਅਤੇ ਇੱਕ ਸੀਗਾ ਤੋਸ਼ਾਖਾਨਾ ਖਾਸ ਵੀ ਹੁੰਦਾ ਸੀਗਾ ਜਿਸ ਦੇ ਵਿੱਚ ਮਿਸਰ ਬੇਲੀ ਰਾਮ ਸੀਗਾ ਹੈ ਨਾ, ਅਤੇ ਤੋਸ਼ਾਖਾਨਾ ਬੈਲਾ ਇਹ ਛੋਟਾ ਸਟੋਰ ਹੁੰਦਾ ਸੀਗਾ। ਅਤੇ ਵੱਡਾ ਸਟੋਰ ਕਿਸ ਨੂੰ ਕਿਹਾ ਜਾਂਦਾ ਸੀਗਾ, ਤੋਸ਼ਾਖਾਨਾ ਖਾਸ ਨੂੰ, ਛੋਟਾ ਸਟੋਰ ਤੋਸ਼ਾਖਾਨਾ ਵੈਲਾ ਨੂੰ ਕਿਹਾ ਜਾਂਦਾ ਸੀਗਾ। ਇਹ ਵੀ ਕਾਫੀ ਮਹੱਤਵਪੂਰਨ ਹੈ। ਉਸ ਤੋਂ ਬਾਅਦ ਜਦੋਂ ਆਪਾਂ ਗੱਲ ਕਰਦੇ ਹਾਂ ਪ੍ਰਾਂਤਕ ਪ੍ਰਬੰਧ ਦੀ, ਤਾਂ ਪ੍ਰਾਂਤਕ ਪ੍ਰਬੰਧ ਦੇ ਵਿੱਚ ਆਪਾਂ ਦੇਖਦੇ ਹਾਂ 4 ਸੂਬੇ ਸੀਗੇ, ਲਾਹੌਰ, ਮੁਲਤਾਨ, ਕਸ਼ਮੀਰ ਅਤੇ ਪੇਸ਼ਾਵਰ। ਇਹਨਾਂ ਦੇ ਵਿੱਚ ਲਾਹੌਰ ਦਾ ਪ੍ਰਸ਼ਾਸਨ ਪ੍ਰਬੰਧ ਅਲੱਗ ਤਰੀਕੇ ਨਾਲ ਚਲਾਇਆ ਜਾਂਦਾ ਸੀਗਾ। ਬਾਕੀਆਂ ਦੇ ਵਿੱਚ ਸੂਬੇ ਦਾ ਸੂਬੇਦਾਰ ਹੁੰਦਾ ਸੀਗਾ, ਉਸ ਤੋਂ ਬਾਅਦ ਨਾਜ਼ਿਮ ਹੁੰਦਾ ਸੀਗਾ, ਕਾਦਰਯਾਰ ਹੁੰਦਾ ਸੀਗਾ। ਪ੍ਰਾਂਤ ਪਰਗਨਾ ਜਾਂ ਕਾਦਰਯਾਰ, ਠੀਕ ਹੈ। ਹੁਣ ਪ੍ਰਾਂਤ ਦੇ ਵਿੱਚ ਲਗਭਗ ਸੂਬੇਦਾਰ ਦੀ ਗੱਲ ਕਰਦੇ ਹਾਂ, ਪਰਗਨੇ ਦੇ ਵਿੱਚ ਨਾਜ਼ਿਮ ਜਾਂ ਕਾਦਰਯਾਰ, ਅਤੇ ਉਸ ਨੂੰ ਕਾਦਰਯਾਰ ਇਹਨਾਂ ਦੇ ਹੇਠਾਂ ਹੁੰਦਾ ਸੀਗਾ ਨਾਜ਼ਿਮ ਦੇ। ਲਗਭਗ ਕਾਦਰਯਾਰ ਨਸ਼ਾ ਅਤੇ ਟੈਕਸ ਅਤੇ ਸੀਮਾ ਵਸੂਲਦਾ ਸੀਗਾ। ਇੱਥੇ ਕਈ ਵਾਰ ਪੁੱਛਿਆ ਜਾ ਸਕਦਾ ਹੈ ਵੀ ਕਾਦਰਯਾਰ ਦਾ ਮੁੱਖ ਕੰਮ ਕੀ ਸੀਗਾ, ਨਸ਼ਾ ਅਤੇ ਟੈਕਸ ਵਸੂਲਣਾ, ਠੀਕ ਹੈ। ਨਸ਼ਾ ਟੈਕਸ ਅਤੇ ਸੀਮਾ ਟੈਕਸ ਜਿਹੜਾ ਇਹ ਵਸੂਲਦਾ ਸੀਗਾ ਕਾਦਰਯਾਰ ਜਿਹੜਾ ਹੁੰਦਾ ਸੀਗਾ, ਕਾਫੀ ਮਹੱਤਵਪੂਰਨ। ਜੇਕਰ ਆਪਾਂ ਪ੍ਰਾਂਤਕ ਪ੍ਰਬੰਧ ਦੀ ਗੱਲ ਕਰੀਏ ਤਾਂ ਪ੍ਰਾਂਤਕ ਪ੍ਰਬੰਧ ਦੇ ਵਿੱਚ ਕਾਫੀ ਮਹੱਤਵਪੂਰਨ ਜਿਹੜੀ ਚੀਜ਼ ਹੈ ਉਹ ਹੋ ਜਾਂਦੀ ਹੈ ਕਿ 4 ਸੂਬਿਆਂ ਦੇ ਵਿੱਚ ਵੰਡਿਆ ਗਿਆ ਸੀਗਾ, ਲਾਹੌਰ, ਮੁਲਤਾਨ, ਕਸ਼ਮੀਰ ਅਤੇ ਪੇਸ਼ਾਵਰ। ਅਤੇ ਸੂਬੇ ਦਾ ਜਿਹੜਾ ਸੀਗਾ ਸੂਬੇਦਾਰ ਹੁੰਦਾ ਸੀਗਾ ਜਾਂ ਨਾਜ਼ਿਮ, ਕਾਜ਼ਰਦਾਰ, ਲਗਭਗ ਇਹ ਸੀਗੀ ਰੇਂਜ ਸੀਗੀ, ਕਈ ਵਾਰ ਪੁੱਛ ਲਿਆ ਜਾਂਦਾ ਸੂਬੇਦਾਰ, ਨਾਜ਼ਿਮ, ਕਾਦਰਯਾਰ। ਅਤੇ ਪ੍ਰਾਂਤ ਤੋਂ ਬਾਅਦ ਪਰਗਨਾ ਹੁੰਦਾ ਸੀਗਾ। ਅਤੇ ਆਪਾਂ ਦੇਖਦੇ ਹਾਂ ਅੱਗੇ ਕਾਦਰਯਾਰ ਕੀ ਹੁੰਦਾ ਸੀਗਾ, ਨਸ਼ਾ ਟੈਕਸ ਅਤੇ ਸੀਮਾ ਟੈਕਸ ਜਿਹੜਾ ਉਹ ਵਸੂਲਦਾ ਸੀਗਾ ਉਸ ਨੂੰ ਕਾਦਰਯਾਰ ਕਿਹਾ ਜਾਂਦਾ ਸੀਗਾ। ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਸੂਬੇ ਤੋਂ ਬਾਅਦ ਕੀ ਹੁੰਦਾ ਸੀਗਾ, ਸੂਬੇ ਦੇ ਅਧੀਨ ਲਗਭਗ ਇਹ ਸੀਕੁਐਂਸ ਪੁੱਛ ਲਈ ਜਾਂਦੀ ਹੈ ਵੀ ਛੋਟੀ ਇਕਾਈ ਜਾਂ ਵੱਡੀ ਇਕਾਈ ਕੀ ਹੁੰਦੀ ਸੀਗੀ। ਸੂਬਾ ਸਭ ਤੋਂ ਵੱਡੀ ਇਕਾਈ ਸੀਗੀ, ਪ੍ਰਾਂਤ, ਪਰਗਨਾ, ਫਿਰ ਉਸ ਤੋਂ ਬਾਅਦ ਹੁੰਦਾ ਸੀਗਾ, ਉਸ ਤੋਂ ਬਾਅਦ ਤਾਲੁਕਾ, ਉਸ ਤੋਂ ਬਾਅਦ ਪਿੰਡ। ਲਗਭਗ 5 ਪੱਧਰ ਆਪਾਂ ਦੇਖਣ ਨੂੰ ਮਿਲਦੇ ਹੈਗਾ। ਅਤੇ ਕੇਂਦਰ ਦੇ ਵਿੱਚ ਤਾਂ ਰਾਜਾ ਹੀ ਹੁੰਦਾ ਸੀਗਾ, ਜਿਹਨੂੰ ਆਪਾਂ ਕੇਂਦਰੀ ਜਿਹੜੀ ਸੰਸਥਾ ਹੈ ਉਹ ਰਾਜਾ ਹੁੰਦਾ ਸੀਗਾ। ਇਸ ਤੋਂ ਬਾਅਦ ਦੇਖਦੇ ਹਾਂ ਸੂਬੇ ਦਾ ਜਾਂ ਪ੍ਰਾਂਤ ਨੂੰ ਲਗਭਗ ਸੂਬਾ ਹੀ ਕਿਹਾ ਜਾਂਦਾ ਸੀਗਾ, ਇੱਥੇ ਸੂਬੇਦਾਰ ਜਾਂ ਨਾਜ਼ਿਮ ਹੁੰਦਾ ਸੀਗਾ। ਉਸ ਤੋਂ ਬਾਅਦ ਪਰਗਨੇ ਦੇ ਵਿੱਚ ਕਾਦਰਯਾਰ ਹੁੰਦਾ ਸੀਗਾ, ਅਤੇ ਤਾਲੁਕੇ ਦੇ ਵਿੱਚ ਤਾਲੁਕਾਦਾਰ ਹੁੰਦਾ ਸੀਗਾ, ਪਿੰਡ ਦੇ ਵਿੱਚ ਨੰਬਰਦਾਰ ਹੁੰਦਾ ਸੀਗਾ। ਲਾਹੌਰ ਦਾ ਥੋੜ੍ਹਾ ਜਿਹਾ ਅਲੱਗ ਪ੍ਰਬੰਧ ਸੀਗਾ, ਲਗਭਗ ਮੁਹੱਲਿਆਂ ਦੇ ਵਿੱਚ ਲਾਹੌਰ ਨੂੰ ਵੰਡਿਆ ਗਿਆ ਸੀਗਾ, ਜਿਸ ਦਾ ਅੱਗੋਂ ਕੀ ਹੁੰਦਾ ਸੀਗਾ, ਮੁਹੱਲੇਦਾਰ। ਉਸ ਤੋਂ ਬਾਅਦ ਆਪਾਂ ਇੱਕ ਹੋਰ ਚੀਜ਼ ਦੇਖਦੇ ਹਾਂ ਕਿ ਮੁਹੱਲੇਦਾਰ ਦੇ ਉੱਪਰ ਜਿਹੜਾ ਹੁੰਦਾ ਸੀਗਾ ਉਹ ਕੋਤਵਾਲ ਹੁੰਦਾ ਸੀਗਾ, ਉਸ ਨੂੰ ਕੀ ਕਿਹਾ ਜਾਂਦਾ, ਲਗਭਗ ਇੱਕ ਮੁਸਲਮਾਨ ਨੂੰ ਹਮੇਸ਼ਾ ਅਪੋਇੰਟ ਕੀਤਾ ਜਾਂਦਾ ਸੀਗਾ ਉਸ ਦੇ ਉੱਪਰ। ਅਤੇ ਉਸ ਤੋਂ ਬਾਅਦ ਜੇਕਰ ਆਪਾਂ ਭੂਮੀਕਰ ਦੀ ਗੱਲ ਕਰੀਏ ਤਾਂ ਕਾਫੀ ਜਿਹੜਾ ਮਹੱਤਵਪੂਰਨ ਹੈ ਇੱਥੇ ਇਹ ਵੀ ਮੰਨਿਆ ਜਾਂਦਾ 1/3 ਤੋਂ ਲੈ ਕੇ 2/5 ਤੱਕ ਜਿਹੜੀ ਹੈ ਰੇਂਜ ਸੀਗੀ ਭੂਮੀਕਰ ਦੀ। ਉਸ ਤੋਂ ਬਾਅਦ ਜਿਹੜੀਆਂ ਕਰ ਦੀਆਂ ਪ੍ਰਣਾਲੀਆਂ ਸੀਗੀਆਂ, ਬਟਾਈ, ਕਨਕੂਤ, ਨਕਦੀ, ਜਬਦੀ, ਹੱਲ ਆਧਾਰ, ਹੈ ਨਾ, ਖੂਹ ਆਧਾਰ, ਵੀਗਾ ਆਧਾਰ, ਠੇਕੇਦਾਰੀ ਪ੍ਰਣਾਲੀ, ਇਹ ਸਾਰੀਆਂ ਕਰ ਇਕੱਠਾ ਕਰਨ ਦੀਆਂ ਪ੍ਰਣਾਲੀਆਂ ਸੀਗੀਆਂ। ਵੀਗਾ ਦੇ ਵਿੱਚ ਜਿਹੜੀ ਸੀਗੀ ਪ੍ਰਤੀ 2000 ਗੱਜ ਸੀਗਾ ਜਿਹੜਾ ਸ਼ਾਮਿਲ ਕੀਤਾ ਗਿਆ ਸੀਗਾ, ਵੀ 2000 ਨੂੰ ਕੀ ਸੀਗਾ ਵੀਗਾ ਕਿਹਾ ਜਾਂਦਾ ਸੀਗਾ। ਪ੍ਰਤੀ ਕਨਾਲ ਦੇ ਆਧਾਰ 'ਤੇ ਜਿਹੜੀ ਲਗਾਈ ਗਈ ਸੀਗੀ ਉਹ ਸੀਗੀ ਨਗਦੀ ਅਤੇ ਜ਼ਬਤੀ ਪ੍ਰਣਾਲੀ ਸੀਗੀ। ਲਗਭਗ ਗੰਨਾ, ਕਪਾਹ,
ਤੰਬਾਕੂ ਇਹਨਾਂ ਫਸਲਾਂ ਦੇ ਉੱਪਰ ਇਹ ਜਿਹੜੀ ਲਗਾਈ ਜਾਂਦੀ ਸੀਗੀ। ਉਸ ਤੋਂ ਬਾਅਦ ਮੁਹਰਾਨਾ ਲਗਭਗ ਕਿਹਾ ਜਾਂਦਾ, ਮੋਹਰ ਲਗਾਉਣ ਦੀ ਫੀਸ ਨੂੰ ਕਿਹਾ ਜਾਂਦਾ ਸੀਗਾ। ਅਬਵਾਬ ਲਗਭਗ ਟੈਕਸ ਨੂੰ ਕਿਹਾ ਜਾਂਦਾ ਸੀਗਾ। ਪੱਤੀਦਾਰ ਜੰਗੀਰ ਹੈ ਜਿਹੜੀ ਜਿੱਤੇ ਹੋਏ ਇਲਾਕਿਆਂ ਤੋਂ, ਹੈ ਨਾ, ਜਿੱਤੇ ਹੋਏ ਇਲਾਕਿਆਂ ਤੋਂ ਜਿਹੜੀ ਪੱਤੀ ਮਿਲਦੀ ਸੀਗੀ ਆਪਣੇ ਸਾਥੀਆਂ ਨੂੰ ਦੇਣਾ, ਕੁਝ ਹਿੱਸਾ ਸੀਗਾ, ਹਿੱਸਾ ਪੱਤੀ ਦੇਣਾ ਆਪਣੇ ਸਾਥੀਆਂ ਨੂੰ। ਉਸ ਤੋਂ ਬਾਅਦ ਇਸ ਨੂੰ ਵਤਨ ਜੰਗੀਰਾਂ ਵੀ ਕਿਹਾ ਜਾਂਦਾ ਸੀਗਾ, ਵੀ ਲਗਭਗ ਕੁਛ ਜਿਹੜੀ ਪੱਤੀਦਾਰ ਜਗੀਰ ਸੀਗੀ ਉਹਨੂੰ ਵਤਨ ਜੰਗੀਰ ਵੀ ਕਿਹਾ ਜਾਂਦਾ ਸੀਗਾ। ਜਿਹੜੇ ਆਪਦੇ ਕੁਛ ਇਲਾਕੇ ਸੀਗੇ ਜਿੱਤ ਲਏ ਅਤੇ ਉਸ ਦੇ ਵਿੱਚ ਆਪਦੇ ਸਾਥੀਆਂ ਨੂੰ ਤਨਖਾਹ ਜਾਂ ਪੈਸੇ ਨਾ ਦੇ ਕੇ ਉਹਨਾਂ ਨੂੰ